ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਖਬਰਾਂ ਹੁੰਦੀਆਂ ਨੇ ਕਿ ਉਹ ਲਗਾਤਾਰ ਨਿਰੰਤਰ ਕਿਸੇ ਕੌਮ, ਕਿਸੇ ਭਾਈਚਾਰੇ ਜਾਂ ਕਿਸੇ ਸਮੂਹ ਦਾ ਪਿੱਛਾ ਕਰਦੀਆਂ ਰਹਿੰਦੀਆਂ ਨੇ। ਲਗਾਤਾਰ ਉਹ ਉਸ ਦੇ ਇਤਿਹਾਸ ਦਾ, ਉਸ ਦੀਆਂ ਪੀੜ੍ਹੀਆਂ ਦਾ ਅਤੇ ਉਸ ਨੂੰ ਮੰਨਣ ਵਾਲੇ ਲੋਕਾਂ ਦਾ ਜਾਂ ਉਸ ਨਾਲ ਜੀਵਨ ਜਿਉਣ ਵਾਲੇ ਲੋਕਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਨੇ। ਕੁਛ ਸਵਾਲ ਅਜਿਹੇ ਹੁੰਦੇ ਹਨ ਕਿ ਉਹ ਖਬਰਾਂ ਨਾਲ, ਮਹਿਜ ਖਬਰਾਂ ਨਾਲ ਜਾਂ ਘਟਨਾਵਾਂ ਦੇ ਟੁੱਟਵੇਂ ਵੇਰਵਿਆਂ ਨਾਲ ਉਹਨਾਂ ਦੇ ਜਵਾਬ ਨਹੀਂ ਲੱਭੇ ਜਾ ਸਕਦੇ। ਸੋ ਉਹਨਾਂ ਖਬਰਾਂ ਨੂੰ, ਕਿਉਂਕਿ ਉਹ ਖਬਰਾਂ ਵਾਰ-ਵਾਰ ਤੰਗ ਕਰਦੀਆਂ ਨੇ, ਹਰ ਸਾਲ 6 ਮਹੀਨੇ ਬਾਅਦ ਉਹ ਖਬਰਾਂ ਲਗਾਤਾਰ ਕਿਸੇ ਕੌਮ ਦੇ ਸਾਹਮਣੇ ਆ ਕੇ ਖੜੀਆਂ ਹੋ ਜਾਂਦੀਆਂ ਨੇ। ਫਿਰ ਜੋ ਸੱਤਾਧਾਰੀ ਲੋਕ ਹੁੰਦੇ ਹਨ, ਜਿਨ੍ਹਾਂ ਦੇ ਅਧੀਨ ਕੋਈ ਕੌਮ ਤੇ ਭਾਈਚਾਰਾ ਰਹਿ ਰਿਹਾ ਹੈ, ਉਹ ਫਿਰ ਉਸ ਘੱਟ ਗਿਣਤੀ ਕੌਮ ਦੇ ਜ਼ਖਮਾਂ ਨੂੰ ਵਾਰ-ਵਾਰ ਉਚੇੜਦੇ ਨੇ। ਉਹ ਸ਼ਬਦਾਂ ਦੀਆਂ ਤੀਰਾਂ ਨਾਲ, ਸ਼ਬਦਾਂ ਦੇ ਚਾਕੂਆਂ ਨਾਲ ਉਸ ਕੌਮ ਦੀ ਮਾਨਸਿਕਤਾ ਨੂੰ ਵਾਰ-ਵਾਰ ਜ਼ਖਮੀ ਕੀਤਾ ਜਾਂਦਾ ਹੈ, ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ। ਉਸ ਤਰ੍ਹਾਂ ਦੇ ਸਵਾਲ ਪੁੱਛ-ਪੁੱਛ ਕੇ ਜਾਣ-ਬੁੱਝ ਕੇ ਸਵਾਦ ਲਿਆ ਜਾਂਦਾ ਹੈ। ਸੋ ਕੁਝ ਸਵਾਲ ਇਹੋ ਜਿਹੇ ਨੇ ਜੋ ਜਸਟ ਨਾ ਤਾਂ ਉਹਨਾਂ ਦੇ ਜਵਾਬ ਇਕੱਲੇ ਪੋਲੀਟੀਕਲ ਲੀਡਰ ਦੇ ਸਕਦੇ ਨੇ, ਨਾ ਉਹਨਾਂ ਦੇ ਜਵਾਬ ਇਕੱਲੇ ਧਾਰਮਿਕ ਲੀਡਰ ਦੇ ਸਕਦੇ ਨੇ। ਉਹਨਾਂ ਦੇ ਜਵਾਬਾਂ ਲਈ ਤੁਹਾਨੂੰ ਫਿਰ ਇੱਕ ਇਤਿਹਾਸ ਦੇ, ਰਾਜਨੀਤੀ ਦੇ, ਫਿਲਾਸਫੀ ਦੇ, ਵਿਚਾਰਧਾਰਾ ਦੇ ਡੂੰਘੇ ਸਮੁੰਦਰਾਂ ਵਿੱਚ ਉਤਰਨਾ ਪੈਂਦਾ ਹੈ। ਉਸ ਲਈ ਵਿਦਵਤਾ ਦੀਆਂ ਜੋ ਉਸ ਕੌਮਾਂ ਦੇ ਬਣਨ ਉਸਰਨ ਅਤੇ ਕੌਮਾਂ ਦੇ ਵਿਕਾਸ ਕਰਨ ਦੀਆਂ ਜੋ ਦੁਨੀਆ ਭਰ ਵਿੱਚ ਵਿਦਵਾਨਾਂ ਨੇ ਜੋ ਕਾਰਜ ਕੀਤੇ ਹਨ, ਫਿਰ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ, ਉਹਨਾਂ ਨਾਲ ਨਿੱਠਣਾ ਪੈਂਦਾ ਹੈ। ਉਹ ਤੋਂ ਬਾਅਦ ਹੀ ਕਿਸੇ ਕੌਮ ਬਾਰੇ ਜਾਂ ਕਿਸੇ ਕੌਮ ਦੀ ਮਾਨਸਿਕਤਾ ਦੇ ਲੱਗੇ ਜ਼ਖਮਾਂ ਬਾਰੇ ਜਿਹੜੇ ਸਵਾਲਾਂ ਦੇ ਜਵਾਬ ਆ, ਉਹ ਹੌਲੀ-ਹੌਲੀ ਆਪਾਂ ਲੈ ਸਕਦੇ ਹੈਗੇ ਹਾਂ। ਸੋ ਜਿੱਥੇ ਆਪਾਂ ਇਸ ਚੈਨਲ ਰਾਹੀਂ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਹਾਂ, ਉੱਥੇ ਅਸੀਂ ਯਤਨ ਕਰਾਂਗੇ ਕਿ ਪੰਜਾਬ ਦੀ ਇਤਿਹਾਸ, ਪੰਜਾਬ ਦੀ ਰਾਜਨੀਤੀ ਦੇ, ਖਾਸ ਕਰਕੇ ਸਿੱਖ ਵਿਦਿਆਰਥੀਆਂ ਲਈ ਉਹ ਗੰਭੀਰ ਖੋਜ ਕਾਰਜ ਜਿਹੜੇ ਹੈਗੇ ਨੇ, ਜਿਹੜੇ ਕੌਮਾਂਤਰੀ ਪੱਧਰ 'ਤੇ ਜਿਹੜੇ ਵਿਦਵਾਨਾਂ ਨੇ ਖੋਜਾਂ ਕੀਤੀਆਂ ਨੇ ਕੌਮਾਂ ਦੇ ਬਣਨ ਉਸਰਨ ਦੇ, ਵਿਕਾਸ ਕਰਨ ਦੇ ਇਤਿਹਾਸ ਵਾਲੀਆਂ, ਅਤੇ ਉਹਦੇ ਵਿੱਚੋਂ ਜਦੋਂ ਬਹੁਤ ਸਾਰੀਆਂ ਕੌਮਾਂ ਇੱਕ ਮੁਲਕ ਵਿੱਚ ਰਹਿੰਦੀਆਂ ਨੇ, ਉਹਨਾਂ ਦੀ ਕੀ ਥਾਂ ਹੈ, ਉਹਨਾਂ ਦੇ ਕੀ ਵਲਵਲੇ ਹਨ, ਉਹਨਾਂ ਦੇ ਕੀ ਸੁਪਨੇ ਹਨ, ਅਤੇ ਉਹਨਾਂ ਨੂੰ ਕਿਸ ਤਰ੍ਹਾਂ ਐਡਜਸਟਮੈਂਟ ਹੈ ਜਿਹੜੀ ਉਹ ਕਰਨੀ ਪੈਂਦੀ ਹੈ। ਸੋ ਇਸ ਬਾਰੇ ਅਸੀਂ ਇੱਕ ਲਗਭਗ 5 ਪੇਪਰ ਆਉਣਗੇ। ਇਹ 5 ਪੇਪਰ ਦੀ ਸੀਰੀਜ਼ ਹੈ ਸਾਡੇ ਕੋਲ ਨਾ। ਉਹਦੇ ਵਿੱਚ ਸਿੱਖ ਨੈਸ਼ਨਲਿਜ਼ਮ ਨੂੰ ਸਮਝਣ ਦਾ ਯਤਨ ਕੀਤਾ ਜਾਊਗਾ। ਇੰਟਰਨੈਸ਼ਨਲ ਜਿਹੜਾ ਨੈਸ਼ਨਲਿਜ਼ਮ ਆ, ਉਹਦੇ ਜਿਹੜੇ ਕਨਸੈਪਟ ਨੇ ਨੈਸ਼ਨਲਿਜ਼ਮ ਦੇ, ਕਿ ਨੈਸ਼ਨਲਿਜ਼ਮ ਦਾ ਕਨਸੈਪਟ ਕੀ ਆ, ਕੋਈ ਕੌਮ ਆ, ਘੱਟ ਗਿਣਤੀ ਤੋਂ ਕੌਮ ਕਦੋਂ ਬਣਦੀ ਹੈ, ਫਿਰ ਉਸ ਦੀ ਸਰਗਰਮੀ ਜੋ ਕਿ ਨੈਸ਼ਨਲਿਜ਼ਮ ਦੇ ਘੇਰੇ ਵਿੱਚ ਆਉਂਦੀ ਹੈ, ਉਹਦੀਆਂ ਕੀ ਇੱਛਾਵਾਂ ਹੁੰਦੀਆਂ ਨੇ, ਕੀ ਨਿਸ਼ਾਨੇ ਹੁੰਦੇ ਹਨ, ਜਾਂ ਕਿਸੇ ਕੌਮ ਨੂੰ ਕੌਮ ਬਣੀ ਰਹਿਣ ਲਈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਹ ਜਿਹੜਾ ਸਵਾਲ ਆ, ਖਾਸ ਕਰਕੇ ਜਦੋਂ ਇਹਨਾਂ ਦਿਨਾਂ ਵਿੱਚ ਜੂਨ 84 ਦਾ ਜਾਂ ਜੂਨ ਦਾ ਮਹੀਨਾ ਚੜ੍ਹਦਾ ਹੈ, ਤਾਂ ਵਾਰ-ਵਾਰ ਕਈ ਥਾਵਾਂ 'ਤੇ ਸਮਾਗਮ ਹੁੰਦੇ ਹਨ, ਤਾਂ ਉੱਥੇ ਇੱਕ ਦੁਖਦਾਈ ਕਿਸਮ ਦੀ ਵਾਰ-ਵਾਰ ਪ੍ਰੈਸ ਵੱਲੋਂ, ਮੀਡੀਆ ਵੱਲੋਂ ਇੱਕ ਬੜੇ ਤਿੱਖੇ ਜਿਹੇ ਅਤੇ ਬੇਇੱਜ਼ਤੀ ਭਰਪੂਰ ਜਿਹੜੇ ਸਵਾਲ ਨੇ ਉਹ ਪੁੱਛੇ ਜਾਂਦੇ ਹਨ। ਸੋ ਉਹਦੇ 'ਚ ਹੁੰਦਾ ਵੀ ਸਾਡੀ ਲੀਡਰਸ਼ਿਪ ਹੈ ਜਿਹੜੀ, ਉਹ ਕਿਉਂਕਿ ਗਿਆਨ ਦੇ ਉਸ ਸਮੁੰਦਰ ਵਿੱਚ ਨਹੀਂ ਉਤਰੀ, ਅਤੇ ਉਹ ਕਈ ਵਾਰ ਬਹੁਤ ਕੱਚੇ ਪਿੱਲੇ ਜਿਹੜੇ ਬਿਆਨ ਆ ਉਹ ਦੇ ਜਾਂਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਇਤਿਹਾਸ ਦੇ ਵਿਦਿਆਰਥੀ ਨੇ, ਖਾਸ ਕਰਕੇ ਸਿੱਖ ਰਾਜਨੀਤੀ, ਸਿੱਖ ਇਤਿਹਾਸ ਦੇ ਜਾਂ ਪੰਜਾਬ ਦੇ ਇਤਿਹਾਸ ਦੇ ਵਿਦਿਆਰਥੀ ਨੇ, ਉਹਨਾਂ ਲਈ ਇਹ ਸੀਰੀਜ਼ ਹੋਊਗੀ। 5-6 ਪੇਪਰ ਆ ਜਿਹੜੇ ਖੋਜ ਕਾਰਜ ਦੇ, ਉਹ ਅਸੀਂ ਪੇਸ਼ ਕਰਾਂਗੇ ਤਾਂ ਕਿ ਜਿਹੜੀ ਗੱਲ ਆ ਕਿਤੇ ਨਾ ਕਿਤੇ ਸਮਝੀ ਜਾ ਸਕੇ। ਇਹਦੇ 'ਚ ਸਾਡੀ ਇਹ ਅੰਤਮ ਸੱਚ ਨਹੀਂ ਹੈ, ਅਸੀਂ ਵੀ ਖੋਜ ਕਾਰਜ ਵਿੱਚ ਹੀ ਸ਼ਾਮਲ ਹਾਂ। ਪਰ ਕਿਉਂਕਿ ਕੋਈ ਜਦੋਂ ਡਿਬੇਟ ਚੱਲੇ, ਕੋਈ ਸਵਾਲ ਉੱਠਦੇ ਆ, ਸਵਾਲਾਂ ਦੇ ਜਵਾਬ ਆ ਜਾਂ ਨਵੇਂ ਸਿਰੇ ਤੋਂ, ਫਿਰ ਉਹਦੇ 'ਚੋਂ ਵੀ ਹੋਰ ਜ਼ਿਆਦਾ ਜਿਹੜਾ ਖੋਜ ਕਰਨ ਦੀ ਜਿਹੜੀ ਰੁਚੀ ਆ ਪੈਦਾ ਹੁੰਦੀ ਹੈ। ਇਹ ਕੋਈ ਅੰਤਮ ਹੱਲ ਨਹੀਂ ਹੈ, ਜਸਟ ਮਸਲੇ ਨੂੰ ਸਮਝਣ ਦਾ ਜਿਹੜਾ ਯਤਨ ਹੈ ਅਸੀਂ ਕਰ ਰਹੇ ਹੈਗੇ ਹਾਂ। ਸੋ ਇਹ ਸਾਡਾ ਜਿਹੜਾ ਇਸ ਸੀਰੀਜ਼ ਦਾ ਪਹਿਲਾ ਪੇਪਰ ਹੈ, ਸਿੱਖ ਰਾਸ਼ਟਰਵਾਦ ਨੂੰ ਸਮਝਣ ਲਈ ਨਾ, ਵੀ ਰਾਸ਼ਟਰਵਾਦ ਹੈ ਕੀ, ਅਤੇ ਉਸ ਨੂੰ ਸਿੱਖ ਰਾਸ਼ਟਰਵਾਦ ਦੇ ਸੰਦਰਭ ਵਿੱਚ ਕਿਸ ਤਰ੍ਹਾਂ ਸਮਝਿਆ ਜਾ ਸਕਦਾ। ਸੋ ਸਾਡਾ ਇਹ ਪਹਿਲਾ ਪੇਪਰ ਹੈ ਉਸ ਲੜੀ ਦਾ, ਰਾਸ਼ਟਰਵਾਦ ਦਾ ਜਨਮ, ਵਿਕਾਸ ਅਤੇ ਨਿਸ਼ਾਨੇ। ਰਾਸ਼ਟਰਵਾਦ ਇੱਕ ਅਜਿਹਾ ਸੰਸਾਰ ਵਿਆਪੀ ਵਰਤਾਰਾ ਹੈ ਜਿਸ ਬਾਰੇ ਬਹੁਤ ਸਾਰੇ ਪੱਖਾਂ ਤੋਂ ਅਤੇ ਬਹੁਤ ਸਾਰੇ ਸਰੋਤਾਂ ਤੋਂ ਸੇਧਿਤ ਇੱਕ ਸੰਵਾਦ ਚੱਲ ਰਿਹਾ ਹੈ। ਇਹ ਸੰਵਾਦ ਕਦੇ ਬਹੁਤ ਸਪਸ਼ਟ ਹੋ ਜਾਂਦਾ ਹੈ ਅਤੇ ਕਦੇ ਸਟੇਟ ਨੂੰ ਨੇਸ਼ਨ ਸਮਝਣ ਵਾਲੇ ਵਿਦਵਾਨ ਜਾਂ ਸਟੇਟ 'ਤੇ ਆਪਣੀ ਪਕੜ ਮਜ਼ਬੂਤ ਕਰ ਚੁੱਕੇ ਰਾਜਨੀਤੀਵਾਨ ਇਸ ਬਾਰੇ ਅਸਪਸ਼ਟ ਧਾਰਨਾਵਾਂ ਪੇਸ਼ ਕਰਦੇ ਰਹਿੰਦੇ ਹਨ। ਆਮ ਤੌਰ 'ਤੇ ਇਸ ਵੇਲੇ ਵੀ ਰਾਜਨੀਤਿਕ ਨੇਤਾਵਾਂ ਵੱਲੋਂ ਨੇਸ਼ਨ ਅਤੇ ਨੈਸ਼ਨਲਿਜ਼ਮ ਬਾਰੇ ਜੋ ਸਮਝ ਪੇਸ਼ ਕੀਤੀ ਜਾ ਰਹੀ ਹੈ, ਉਹ ਸਟੇਟ ਦੀ ਵਫਾਦਾਰੀ
ਅਤੇ ਉਸ ਦੀ ਅਧੀਨਗੀ ਨੂੰ ਮੰਨਣ ਦੇ ਮਨਸ਼ੇ ਨੂੰ ਸਾਹਮਣੇ ਰੱਖ ਕੇ ਕੀਤੀ ਜਾ ਰਹੀ ਹੈ। ਸਿਟੀਜ਼ਨਸ਼ਿਪ ਨੂੰ ਹੀ ਨੈਸ਼ਨੈਲਿਟੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਹਗ ਸੀਟਨ ਵਾਟਸਨ ਦਾ ਕਹਿਣਾ ਹੈ ਕਿ ਸਟੇਟ ਦੀ ਹੋਂਦ ਨੇਸ਼ਨ ਤੋਂ ਬਿਨਾਂ ਅਤੇ ਬਹੁਤ ਸਾਰੇ ਨੇਸ਼ਨਸ ਨੂੰ ਆਪਣੇ ਅਧੀਨ ਕਰਕੇ ਸੰਭਵ ਹੋ ਸਕਦੀ ਹੈ। ਇੱਕ ਨੇਸ਼ਨ ਕਿਸੇ ਸਟੇਟ ਦੀ ਬਾਕੀ ਦੀ ਵਸੋਂ ਨਾਲ ਸਾਂਝੀ ਹੱਦ ਵਿੱਚ ਰਹਿ ਸਕਦਾ ਹੈ, ਜਾਂ ਇੱਕੋ ਸਟੇਟ ਵਿੱਚ ਬਾਕੀ ਕੌਮਾਂ ਨੇਸ਼ਨਸ ਨਾਲ ਰਹਿ ਸਕਦਾ ਹੈ, ਅਤੇ ਇੱਕੋ ਨੇਸ਼ਨ ਕਈ ਸਟੇਟਸ ਵਿੱਚ ਵੰਡਿਆ ਵੀ ਹੋ ਸਕਦਾ ਹੈ। ਉਹਨਾਂ ਦਾ ਆਖਣਾ ਹੈ ਕਿ ਬਹੁਤ ਸਾਰੀਆਂ ਸਟੇਟਸ ਦੀ ਹੋਂਦ ਉਦੋਂ ਵੀ ਸੀ ਜਦੋਂ ਕੋਈ ਕੌਮਾਂ ਨਹੀਂ ਸਨ, ਅਤੇ ਬਹੁਤ ਸਾਰੀਆਂ ਕੌਮਾਂ ਅਜਿਹੀਆਂ ਹਨ ਜੋ ਅੱਜ ਦੀਆਂ ਸਾਰੀਆਂ ਸਟੇਟਸ ਨਾਲੋਂ ਵੀ ਪੁਰਾਣੀਆਂ ਹਨ, ਕਿ ਹਰ ਸਟੇਟ ਇੱਕ ਨੇਸ਼ਨ ਹੈ ਅਤੇ ਸਾਰੀਆਂ ਪ੍ਰਭੂਸੱਤਾ ਸੰਪੰਨ ਸਟੇਟਸ ਨੈਸ਼ਨਲ ਸਟੇਟਸ ਹਨ। ਇਸ ਧਾਰਨਾ ਨੇ ਇਤਿਹਾਸਕ ਤੌਰ ਤੇ ਬਹੁਤ ਭੰਬਲ ਭੂਸਾ ਪੈਦਾ ਕਰ ਦਿੱਤਾ ਹੈ। ਇਸ ਧਾਰਨਾ ਨੇ ਰਾਜਨੀਤਿਕ ਸੱਚਾਈਆਂ ਨੂੰ ਸਮਝਣ ਦੀ ਮਨੁੱਖ ਦੀ ਪਹੁੰਚ ਨੂੰ ਵੱਡਾ ਹਰਜਾ ਪਹੁੰਚਾਇਆ ਹੈ। ਹਗ ਸੀਟਨ ਵਾਟਸਨ ਦਾ ਕਹਿਣਾ ਹੈ ਕਿ ਸਟੇਟ ਇੱਕ ਕਾਨੂੰਨੀ ਅਤੇ ਰਾਜਨੀਤਿਕ ਸੰਸਥਾ ਹੈ ਜਿਸ ਕੋਲ ਆਪਣੇ ਸ਼ਹਿਰੀਆਂ ਨੂੰ ਸਟੇਟ ਪ੍ਰਤੀ ਵਫਾਦਾਰੀ ਅਤੇ ਤਾਬੇਦਾਰੀ ਰੱਖਣ ਦੀ ਸ਼ਕਤੀ ਹਾਸਲ ਹੈ, ਜਦੋਂ ਕਿ ਕੌਮ ਅਜਿਹੇ ਲੋਕਾਂ ਦਾ ਸਮੂਹ ਹੈ ਜੋ ਸਾਂਝੀ ਕੌਮੀ ਚੇਤਨਤਾ, ਇਕਜੁੱਟਤਾ ਦੀ ਭਾਵਨਾ ਅਤੇ ਸਾਂਝੇ ਸੱਭਿਆਚਾਰ ਕਾਰਨ ਇੱਕ ਦੂਜੇ ਨਾਲ ਜੁੜੀ ਹੋਈ ਹੈ। ਪਰ ਅੰਗਰੇਜ਼ੀ ਭਾਸ਼ਾ ਵਿੱਚ ਇਹਨਾਂ ਦੋ ਵੱਖਰੀ ਹੋਂਦ ਅਤੇ ਵੱਖਰੇ ਖਾਸੇ ਵਾਲੀਆਂ ਸੰਸਥਾਵਾਂ ਨੂੰ ਇੱਕੋ ਸ਼ਬਦ ਨਾਲ ਸੰਬੋਧਨ ਕਰਕੇ ਵੱਡੀ ਉਲਝਣ ਪੈਦਾ ਕਰ ਦਿੱਤੀ ਗਈ ਹੈ। ਇਸ ਵੇਲੇ ਸੰਸਾਰ ਭਰ ਵਿੱਚ ਰਾਜਨੀਤੀਵਾਨਾਂ ਅਤੇ ਰਾਜਸੀ ਸੰਸਥਾਵਾਂ ਦਾ ਸਭ ਤੋਂ ਵੱਧ ਜ਼ੋਰ ਸਟੇਟ ਦੀ ਪ੍ਰਭੂਸੱਤਾ ਨੂੰ ਬਚਾਉਣ 'ਤੇ ਲੱਗਾ ਹੋਇਆ ਹੈ। ਉਹ ਸਟੇਟ ਦੀ ਪ੍ਰਭੂਸੱਤਾ ਨੂੰ ਬਚਾਉਣ ਲਈ ਨੈਸ਼ਨਲਿਜ਼ਮ ਦਾ ਸਹਾਰਾ ਲੈ ਰਹੇ ਹਨ, ਜੋ ਕਿ ਇੱਕ ਬਿਲਕੁਲ ਵੱਖਰੀ ਹੋਂਦ ਵਾਲਾ ਵਿਸ਼ਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਟੇਟ ਦੀ ਪ੍ਰਭੂਸੱਤਾ ਹੀ ਇਸ ਵੇਲੇ ਕੌਮਾਂਤਰੀ ਤਣਾਅ ਦਾ ਵੱਡਾ ਕਾਰਨ ਹੈ। ਇਹ ਭਵਿੱਖ ਦੀਆਂ ਜੰਗਾਂ ਦਾ ਵੀ ਵੱਡਾ ਆਧਾਰ ਹੈ। ਉਹਨਾਂ ਦਾ ਮੰਨਣਾ ਹੈ ਕਿ ਦੁਨੀਆ ਨੂੰ ਭਵਿੱਖ ਦੇ ਕਤਲੇਆਮਾਂ ਤੋਂ ਬਚਾਉਣ ਲਈ ਸਟੇਟ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਜਾਂ ਖਤਮ ਕਰਨਾ ਚਾਹੀਦਾ ਹੈ। ਪ੍ਰੋਫੈਸਰ ਵਾਟਸਨ ਦਾ ਮੰਨਣਾ ਹੈ ਕਿ ਸਟੇਟ ਦੀ ਪ੍ਰਭੂਸੱਤਾ ਖਤਮ ਹੋ ਜਾਣ ਨਾਲ ਕੌਮਾਂ ਖਤਮ ਨਹੀਂ ਹੁੰਦੀਆਂ। ਵਾਟਸਨ ਦਾ ਮੰਨਣਾ ਹੈ ਕਿ ਨੈਸ਼ਨੈਲਿਟੀ ਬਾਰੇ ਜੋ ਵਿਆਖਿਆਵਾਂ ਆ ਰਹੀਆਂ ਹਨ ਉਹ ਵਿਆਖਿਆ ਕਰਨ ਵਾਲੇ ਦੀ ਵਫਾਦਾਰੀ ਤੋਂ ਪ੍ਰਭਾਵਿਤ ਹੁੰਦੀਆਂ ਹਨ। ਜੇ ਨੈਸ਼ਨੈਲਿਟੀ ਦੀ ਵਿਆਖਿਆ ਕਰਨ ਵਾਲਾ ਉਸ ਗਰੁੱਪ ਨਾਲ ਸੰਬੰਧ ਨਹੀਂ ਰੱਖਦਾ ਜਿਸ ਦੀ ਉਹ ਵਿਆਖਿਆ ਕਰ ਰਿਹਾ ਹੈ, ਉਹ ਦੂਜੇ ਗਰੁੱਪ ਨੂੰ ਨੇਸ਼ਨ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਇਸ ਸੰਬੰਧੀ ਉਸਨੇ ਸਟਾਲਿਨ ਦੀ ਸਰਬ ਪ੍ਰਵਾਨਿਤ ਵਿਆਖਿਆ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਸਟਾਲਿਨ ਇੱਕ ਕੌਮ ਨੇਸ਼ਨ ਲਈ 4 ਲੱਛਣਾਂ ਦੀ ਪਹਿਚਾਣ ਕਰਦਾ ਹੈ। ਇਹ 4 ਲੱਛਣ ਹਨ: ਸਾਂਝੀ ਭਾਸ਼ਾ, ਸਾਂਝਾ ਖਿੱਤਾ, ਸਾਂਝੀ ਆਰਥਿਕ ਜ਼ਿੰਦਗੀ ਅਤੇ ਸਾਂਝੀ ਮਨੋਦਸ਼ਾ। ਵਾਟਸਨ ਦਾ ਕਹਿਣਾ ਹੈ ਕਿ ਸਟਾਲਿਨ ਦੀ ਇਹ ਵਿਆਖਿਆ ਕਿਸੇ ਸਮਾਜਿਕ ਰਾਜਸੀ ਵਿਸ਼ਲੇਸ਼ਣ ਵਿੱਚੋਂ ਨਹੀਂ ਸੀ ਉਪਜੀ, ਬਲਕਿ 1913 ਦੀ ਸਮਕਾਲੀ ਸਿਆਸੀ ਸਥਿਤੀ ਦੀ ਉਪਜ ਸੀ, ਜਿਸ ਅਧੀਨ ਉਹ ਯਹੂਦੀਆਂ ਨੂੰ ਇੱਕ ਕੌਮ ਜਾਂ ਨੇਸ਼ਨ ਦਾ ਦਰਜਾ ਨਹੀਂ ਸੀ ਦੇਣਾ ਚਾਹੁੰਦਾ। ਇਸ ਲਈ ਸਟਾਲਿਨ ਨੇ ਆਪਣੀ ਵਿਆਖਿਆ ਵਿੱਚ ਧਰਮ ਅਤੇ ਉਸ ਪਿੱਛੇ ਖੜ੍ਹੇ ਇਤਿਹਾਸ ਨੂੰ ਕੌਮੀ ਉਸਾਰੀ ਦੇ ਸੰਦਰਭ ਵਿੱਚ ਕੋਈ ਥਾਂ ਨਹੀਂ ਦਿੱਤੀ। ਬੈਂਜਾਮਿਨ ਐਕਜ਼ਨ ਵੀ ਨੈਸ਼ਨਲਿਜ਼ਮ ਦੇ ਸੰਬੰਧ ਵਿੱਚ ਪੈਦਾ ਹੋਈ ਇਸ ਸਥਿਤੀ ਨੂੰ ਪਰਿਭਾਸ਼ਕ ਜੰਗਲ ਟਰਮੀਨੋਲੋਜੀਕਲ ਜੰਗਲ ਦੇ ਤੌਰ 'ਤੇ ਦੇਖਦੇ ਹਨ। ਪ੍ਰੋਫੈਸਰ ਬੈਂਜਾਮਿਨ ਵੀ ਸਟੇਟ ਅਤੇ ਨੇਸ਼ਨ ਨੂੰ 2 ਵੱਖਰੇ ਵਰਤਾਰਿਆਂ ਦੇ ਤੌਰ 'ਤੇ ਦੇਖਦੇ ਹਨ। ਸਟੇਟ ਨੂੰ ਉਹ ਰਾਜਸੀ ਵਰਤਾਰੇ ਦੇ ਤੌਰ 'ਤੇ ਪਰਿਭਾਸ਼ਿਤ ਕਰਦੇ ਹਨ ਅਤੇ ਨੇਸ਼ਨ ਨੂੰ ਘੱਟ ਗਿਣਤੀਆਂ ਦੇ ਵਰਤਾਰੇ ਦੇ ਤੌਰ 'ਤੇ। ਐਕਜ਼ਨ ਆਖਦੇ ਹਨ ਕਿ ਜਦੋਂ ਇਹ ਦੋਵੇਂ ਵੱਖਰੇ ਵਰਤਾਰੇ ਮਨੁੱਖੀ ਜ਼ਿੰਦਗੀ ਵਿੱਚ ਮਿਲਦੇ ਹਨ, ਜੋ ਕਿ ਅਕਸਰ ਹੀ ਹੁੰਦਾ ਹੈ, ਤਾਂ ਇਹਨਾਂ ਦਰਮਿਆਨ ਆਪਣੀ ਉੱਤਮਤਾ ਦੀ ਜੰਗ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਵਰਤਾਰੇ ਰਾਜਸੀ ਖੇਤਰ ਵਿੱਚ ਇਕੱਠੇ ਹੁੰਦੇ ਹਨ ਤਾਂ ਇਸ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਰਾਜਸੀ ਖੇਤਰ ਵਿੱਚ ਸਟੇਟ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਅਤੇ ਨੇਸ਼ਨ ਨੂੰ ਦੂਜੇ ਦਰਜੇ 'ਤੇ ਰੱਖਿਆ ਜਾਂਦਾ ਹੈ। ਉਹ ਆਖਦਾ ਹੈ ਕਿ ਕੌਮੀਅਤ ਦੇ ਵਰਤਾਰੇ ਬਾਰੇ ਹਾਲੇ ਵੀ ਸੰਸਾਰ ਭਰ ਵਿੱਚ ਬਹਿਸ ਚੱਲ ਰਹੀ ਹੈ। ਕੌਮੀਅਤ ਦੇ ਵਰਤਾਰੇ ਨੈਸ਼ਨਲਿਜ਼ਮ ਦੇ ਮੁਦਈ ਇਸ ਨੂੰ ਸੰਸਾਰ ਦੀ ਰਾਜਨੀਤੀ ਦਾ ਇੱਕ ਪਵਿੱਤਰ ਅਤੇ ਫੈਸਲਾਕੁਨ ਵਰਤਾਰਾ ਮੰਨਦੇ ਹਨ, ਜਦੋਂ ਕਿ ਇਸ ਦੇ ਵਿਰੋਧੀ ਇਸ ਵਰਤਾਰੇ ਨੂੰ ਖਤਰਨਾਕ ਅਤੇ ਬਾਹਰੀ ਵਰਤਾਰਾ ਮੰਨਦੇ ਹਨ, ਜੋ ਕਿ ਮਸਨੂਈ ਤੌਰ 'ਤੇ ਸਾਹਮਣੇ ਲਿਆਂਦਾ ਗਿਆ ਹੈ। ਪ੍ਰੋਫੈਸਰ ਐਕਜ਼ਨ ਦਾ ਇਹ ਵੀ ਮੰਨਣਾ ਹੈ ਕਿ ਜਿੱਥੋਂ ਤੱਕ ਅੰਗਰੇਜ਼ੀ ਸ਼ਬਦ ਨੇਸ਼ਨ ਦਾ ਸੰਬੰਧ ਹੈ, ਇਹ ਅਤੇ ਇਸ ਦੇ ਹਮ ਸ਼ਬਦ ਨੈਸ਼ਨਲ, ਨੈਸ਼ਨੈਲਿਟੀ, ਨੈਸ਼ਨਲਿਜ਼ਮ ਅਤੇ ਨੈਸ਼ਨਲਾਈਜੇਸ਼ਨ ਇਹ ਸਾਰੇ ਸਟੇਟ ਦੇ ਸੰਦਰਭ ਵਿੱਚ ਹੀ ਵਰਤੇ ਜਾਂਦੇ ਹਨ, ਨਾ ਕਿ ਘੱਟ ਗਿਣਤੀਆਂ ਦੀ ਆਜ਼ਾਦ ਹੋਣ ਦੀ ਬਿਰਤੀ ਦੇ ਸੰਘਰਸ਼ ਤੋਂ। ਕਿਸੇ ਦੇਸ਼ ਦੇ ਸ਼ਹਿਰੀਆਂ ਸਿਟੀਜ਼ਨਸ ਲਈ ਨੈਸ਼ਨਲ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ। ਐਕਜ਼ਨ ਦਾ ਮੰਨਣਾ ਹੈ ਕਿ ਕਿਸੇ ਘੱਟ ਗਿਣਤੀ ਵਿੱਚ ਕੌਮ ਬਣਨ ਦੀ ਇਤਿਹਾਸਕ ਘੜੀ ਉਦੋਂ ਆਉਂਦੀ ਹੈ ਜਦੋਂ ਉਹ ਘੱਟ ਗਿਣਤੀ ਸਥਾਪਿਤ ਰਾਜਸੀ ਢਾਂਚੇ ਵਿੱਚ ਆਪਣੀ ਸਰਗਰਮੀ ਵਧਾ ਦਿੰਦੀ ਹੈ ਜਾਂ ਫਿਰ ਸਥਾਪਿਤ ਰਾਜਸੀ ਢਾਂਚੇ ਲਈ ਚੁਣੌਤੀ ਬਣ ਕੇ ਉੱਭਰਦੀ ਹੈ।
इस मौके ते आके ही किसी घट गिणती नूं असल अर्थां विच नेशन ਜਾਂ ਨੈਸ਼ਨੈਲਿਟੀ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਹੋਰ ਸਮਾਜਿਕ ਵਰਗਾਂ ਵਾਂਗ ਘੱਟ ਗਿਣਤੀ ਵੀ ਅਜਿਹੇ ਲੋਕਾਂ ਦਾ ਸਮੂਹ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੇ ਸਾਂਝੇ ਲੱਛਣ ਅਤੇ ਸਾਂਝੀਆਂ ਯਾਦਾਂ ਸਮੋਈਆਂ ਹੁੰਦੀਆਂ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਸ ਘੱਟ ਗਿਣਤੀ ਦੇ ਹਰ ਮੈਂਬਰ ਵਿੱਚ ਸਾਂਝੀਆਂ ਜਿੱਤਾਂ ਅਤੇ ਸਾਂਝੀਆਂ ਹਾਰਾਂ ਦਾ ਦੁੱਖ ਸੁੱਖ ਬਰਾਬਰ ਦੀ ਮਾਤਰਾ ਵਿੱਚ ਹੋਵੇਗਾ। ਇਸ ਦੇ ਬਾਵਜੂਦ ਕਿਸੇ ਸਮਾਜਿਕ ਸਮੂਹ ਨੂੰ ਘੱਟ ਗਿਣਤੀ ਉਦੋਂ ਮੰਨਿਆ ਜਾਂਦਾ ਹੈ ਜਦੋਂ ਉਸ ਵਿੱਚ ਕੁਝ ਅਜਿਹੇ ਲੱਛਣ ਮੌਜੂਦ ਹੁੰਦੇ ਹਨ ਜੋ ਉਸ ਨੂੰ ਹੋਰਨਾਂ ਸਮਾਜਿਕ ਸਮੂਹਾਂ ਨਾਲੋਂ ਵੱਖਰਾ ਕਰਦੇ ਹਨ। ਐਕਜ਼ਿਨ ਇਹਨਾਂ ਨੂੰ ਸਮਾਨਤਾ ਅਤੇ ਅਸਮਾਨਤਾ ਸਿਮਿਲੈਰਿਟੀ ਐਂਡ ਡਿਸਸਿਮਿਲੈਰਿਟੀ ਵਾਲੇ ਲੱਛਣ ਆਖਦਾ ਹੈ। ਗਰੁੱਪ ਦੇ ਮੈਂਬਰਾਂ ਵਿੱਚ ਸਮਾਨਤਾ ਹੁੰਦੀ ਹੈ ਅਤੇ ਬਾਕੀ ਸਮੂਹਾਂ ਨਾਲੋਂ ਉਹ ਅਸਮਾਨਤਾ ਹੁੰਦੀ ਹੈ, ਬਾਕੀ ਸਮੂਹਾਂ ਨਾਲੋਂ ਡਿਸਸਿਮਿਲਰ ਹੁੰਦੇ ਹਨ ਅਤੇ ਉਹ ਗਰੁੱਪ ਨੂੰ ਘੱਟ ਗਿਣਤੀ ਦੇ ਤੌਰ ਤੇ ਪੇਸ਼ ਕਰਦੇ ਹਨ। ਜਦੋਂ ਇਹ ਘੱਟ ਗਿਣਤੀ ਰਾਜਸੀ ਤੌਰ ਤੇ ਆਪਣੇ ਗਰੁੱਪ ਦੇ ਹੱਕਾਂ ਹਿੱਤਾਂ ਲਈ ਸਰਗਰਮ ਹੋ ਜਾਂਦੀ ਹੈ ਜਾਂ ਸਥਾਪਿਤ ਰਾਜਸੀ ਢਾਂਚੇ ਨੂੰ ਚੁਣੌਤੀ ਦੇਣ ਲੱਗ ਜਾਂਦੀ ਹੈ, ਫਿਰ ਇਹ ਕੌਮ ਦਾ ਦਰਜਾ ਹਾਸਲ ਕਰ ਲੈਂਦੀ ਹੈ। ਜਦੋਂ ਘੱਟ ਗਿਣਤੀ ਸਥਾਨਕ ਮਾਪਦੰਡਾਂ ਨੂੰ ਛੱਡ ਕੇ ਵੱਡੇ ਰਾਜਸੀ ਖੇਤਰ ਵਿੱਚ ਸਰਗਰਮ ਹੋ ਜਾਂਦੀ ਹੈ ਤਾਂ ਉਹ ਨੇਸ਼ਨ ਦਾ ਦਰਜਾ ਹਾਸਲ ਕਰ ਲੈਂਦੀ ਹੈ। ਪ੍ਰੋਫੈਸਰ ਮੈਕਸ ਵੈਬਰ ਨੇਸ਼ਨ ਨੂੰ ਉਹਨਾਂ ਲੋਕਾਂ ਦੇ ਸਮੂਹ ਵਜੋਂ ਦੇਖਦੇ ਹਨ ਜੋ ਇਹ ਮਹਿਸੂਸ ਕਰਦੇ ਹਨ ਕਿ ਉਹ ਇੱਕ ਵਿਲੱਖਣ ਸੱਭਿਆਚਾਰ ਅਤੇ ਵਿਲੱਖਣ ਸੱਭਿਆਚਾਰ ਦੇ ਵਿਲੱਖਣ ਹਿੱਸੇਦਾਰ ਹਨ ਅਤੇ ਉਹਨਾਂ ਦੇ ਸੱਭਿਆਚਾਰ ਅਤੇ ਇਤਿਹਾਸ ਦੀਆਂ ਕਦਰਾਂ ਕੀਮਤਾਂ ਸਮੂਹ ਦੇ ਮੈਂਬਰਾਂ ਦੀ ਆਤਮਾ ਵਿੱਚ ਡੂੰਘੀਆਂ ਵਸੀਆਂ ਹੋਈਆਂ ਹਨ। ਉਹਨਾਂ ਦਾ ਉਸ ਸਟੇਟ ਨਾਲ ਕੋਈ ਲੈਣ ਦੇਣ ਨਹੀਂ ਹੈ ਜਿਸ ਅਧੀਨ ਉਹ ਮਜਬੂਰੀ ਵਸ ਰਹਿ ਰਹੇ ਹਨ। ਉਹ ਜਿਸ ਸਟੇਟ ਵਿੱਚ ਰਹਿ ਰਹੇ ਹਨ ਉਸ ਦੀ ਨੈਸ਼ਨੈਲਿਟੀ ਭਾਵੇਂ ਕੋਈ ਵੀ ਹੋਵੇ, ਪਰ ਵਿਲੱਖਣ ਸੱਭਿਆਚਾਰ ਦੇ ਮਾਲਕ ਲੋਕ ਉਸ ਸਟੇਟ ਦੇ ਨਾਇਕਾਂ ਨੂੰ ਆਪਣੇ ਨਾਇਕ ਨਹੀਂ ਮੰਨਦੇ। ਇਸ ਸੰਦਰਭ ਵਿੱਚ ਮੈਕਸ ਵੈਬਰ ਇੱਕ ਉਦਾਹਰਨ ਦਿੰਦੇ ਹੋਏ ਦੱਸਦੇ ਹਨ ਕਿ ਅਲਸਟੀਅਨਜ਼ ਨੇ ਕਦੇ ਵੀ ਆਪਣੇ ਆਪ ਨੂੰ ਜਰਮਨ ਕੌਮ ਨਾਲ ਜੋੜ ਕੇ ਨਹੀਂ ਦੇਖਿਆ। ਭਾਵੇਂ ਅਲਸਟੀਅਨਜ਼ ਰਹਿ ਜਰਮਨੀ ਵਿੱਚ ਰਹੇ ਸਨ, ਪਰ ਕਦੇ ਵੀ ਉਹਨਾਂ ਆਪਣੀ ਕੌਮੀ ਰੀਝ ਜਰਮਨ ਦੀ ਕੌਮੀ ਰੀਝ ਨਾਲ ਨਹੀਂ ਜੋੜੀ, ਕਿਉਂਕਿ ਉਹਨਾਂ ਦੀ ਰਾਜਸੀ ਕਿਸਮਤ ਨੇ ਆਪਣੀ ਖਿੜੀ ਦੁਪਹਿਰ ਜਰਮਨੀ ਤੋਂ ਬਾਹਰ ਮਾਣੀ ਸੀ। ਵੈਬਰ ਆਖਦੇ ਹਨ ਕਿ ਜੇ ਤੁਸੀਂ ਜਰਮਨੀ ਦੇ ਕੋਲਾਮਾਰ ਅਜਾਇਬ ਘਰ ਦੇ ਕਿਸੇ ਅਲਸਟੀਅਨ ਗਾਈਡ ਨੂੰ ਪੁੱਛੋ ਕਿ ਇਸ ਅਜਾਇਬ ਘਰ ਵਿੱਚ ਤੇਰੀ ਸਭ ਤੋਂ ਪਸੰਦੀਦਾ ਚੀਜ਼ ਕਿਹੜੀ ਹੈ, ਤਾਂ ਉਹ ਤੁਹਾਨੂੰ ਸਾਰਾ ਅਜਾਇਬ ਘਰ ਲੰਘਾ ਕੇ ਦੂਰ ਕੋਨੇ ਵਿੱਚ ਪਏ ਫਰਾਂਸੀਸੀ ਇਤਿਹਾਸ ਦੇ ਨਾਇਕਾਂ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਕੋਲ ਲੈ ਜਾਵੇਗਾ, ਕਿਉਂਕਿ ਉਹੀ ਉਸ ਦੀ ਇਤਿਹਾਸਕ ਯਾਦ ਦਾ ਸਰਮਾਇਆ ਹਨ। ਉਸ ਦਾ ਜਰਮਨ ਇਤਿਹਾਸ ਦੇ ਸੋਮਿਆਂ ਜਾਂ ਨਾਇਕਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਉਸ ਦੇ ਨਾਇਕ ਬਿਲਕੁਲ ਵੱਖਰੇ ਹਨ। ਇੱਥੇ ਆ ਕੇ ਵੈਬਰ ਆਖਦਾ ਹੈ ਕਿ ਕੋਈ ਵੀ ਸਟੇਟ ਭਾਵੇਂ ਉਹ ਕਿੰਨੀ ਵੀ ਤਾਕਤਵਰ ਕਿਉਂ ਨਾ ਹੋ ਜਾਵੇ, ਜੇ ਉਸ ਦੀ ਇਤਿਹਾਸਕ ਵਿਰਾਸਤ ਨੂੰ ਸਟੇਟ ਦੇ ਸਾਰੇ ਲੋਕਾਂ ਦਾ ਮਾਣ ਪ੍ਰਾਪਤ ਨਹੀਂ ਹੈ ਤਾਂ ਉਹ ਸਟੇਟ ਵਿੱਚ ਇਕਮੁੱਠਤਾ ਅਤੇ ਸਾਂਝੇਦਾਰੀ ਦੀ ਭਾਵ ਪੈਦਾ ਨਹੀਂ ਕਰ ਸਕਦੀ, ਆਪਣੀ ਤਾਕਤ ਨਾਲ ਭਾਵੇਂ ਉਹ ਜੋ ਮਰਜ਼ੀ ਕਰੀ ਜਾਵੇ। ਇਸੇ ਲਈ ਵੈਬਰ ਆਖਦੇ ਹਨ ਕਿ ਨੇਸ਼ਨ ਭਾਵਨਾਵਾਂ ਦਾ ਉਹ ਭਾਈਚਾਰਾ ਹੈ ਜੋ ਇੱਕ ਸਟੇਟ ਵਿੱਚ ਰਹਿ ਰਿਹਾ ਹੁੰਦਾ ਹੈ, ਜਾਂ ਫਿਰ ਉਹ ਭਾਈਚਾਰਾ ਆਪਣੀ ਆਪ ਦੀ ਸਟੇਟ ਬਣਾਉਣ ਲਈ ਯਤਨਸ਼ੀਲ ਹੁੰਦਾ ਹੈ। ਇਲਾਈ ਕਦੌਰੀ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹਨ। ਉਹ ਆਖਦੇ ਹਨ ਕਿ ਨੈਸ਼ਨਲਿਜ਼ਮ ਯੂਰਪ ਵਿੱਚ 19ਵੀਂ ਸਦੀ ਵਿੱਚ ਪੈਦਾ ਹੋਇਆ ਸਿਧਾਂਤ ਹੈ ਜੋ ਆਬਾਦੀ ਦੀ ਕਿਸੇ ਵਿਸ਼ੇਸ਼ ਇਕਾਈ ਨੂੰ ਆਪਣੇ ਲੋਕਾਂ ਦੀ ਸਰਕਾਰ ਅਧੀਨ ਰਹਿਣ ਦਾ ਆਧਾਰ ਮੁਹੱਈਆ ਕਰਦਾ ਹੈ। ਇਹ ਵੱਖ-ਵੱਖ ਕੌਮਾਂ ਨੂੰ ਉਹਨਾਂ ਦੀ ਪਸੰਦ ਦੀ ਅਤੇ ਆਪਣੀ ਸਰਕਾਰ ਚੁਣਨ ਦਾ ਹੱਕ ਦਿੰਦਾ ਹੈ। ਇਸ ਸਿਧਾਂਤ ਦਾ ਕੇਂਦਰੀ ਪਹਿਲੂ ਇਹ ਹੈ ਕਿ ਮਨੁੱਖਤਾ ਕੁਦਰਤੀ ਤੌਰ ਤੇ ਵੱਖ-ਵੱਖ ਕੌਮਾਂ ਨੇਸ਼ਨਸ ਵਿੱਚ ਵੰਡੀ ਹੋਈ ਹੈ। ਹਰ ਕੌਮ ਦੇ ਆਪੋ ਆਪਣੇ ਲੱਛਣ ਹਨ ਜੋ ਸਦਾਈ ਹਨ। ਵੱਖ-ਵੱਖ ਕੌਮਾਂ ਦੀ ਆਪਣੀ ਸਰਕਾਰ ਹੀ ਅਸਲ ਵਿੱਚ ਨੈਸ਼ਨਲ ਸਰਕਾਰ ਅਖਵਾ ਸਕਦੀ ਹੈ। ਪ੍ਰੋਫੈਸਰ ਹਾਂਸ ਕੋਹਨ ਨੇ ਵੀ ਕੁਝ ਇਸੇ ਤਰਜ਼ ਤੇ ਨੇਸ਼ਨ ਅਤੇ ਨੈਸ਼ਨਲਿਜ਼ਮ ਦੀ ਵਿਆਖਿਆ ਕੀਤੀ ਹੈ। ਉਹ ਆਖਦੇ ਹਨ ਕਿ ਨੈਸ਼ਨਲਿਜ਼ਮ ਮਨ ਦੀ ਉਹ ਅਵਸਥਾ ਹੈ ਜਿੱਥੇ ਬੰਦੇ ਦਾ ਆਪਣੀ ਮਾਂ ਧਰਤੀ, ਇਤਿਹਾਸ ਅਤੇ ਆਪਣੀਆਂ ਰਵਾਇਤਾਂ ਨਾਲ ਸਭ ਤੋਂ ਡੂੰਘਾ ਲਗਾਅ ਹੁੰਦਾ ਹੈ। ਨੈਸ਼ਨਲਿਜ਼ਮ ਮਨ ਦੀ ਉਹ ਅਵਸਥਾ ਹੈ ਜੋ ਆਪਣੀਆਂ ਰਵਾਇਤਾਂ ਅਤੇ ਲੱਛਣਾਂ ਕਾਰਨ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਮੰਨਦੀ ਹੈ ਕਿ ਆਪਣੇ ਲੋਕਾਂ ਦੀ ਨੈਸ਼ਨਲ ਸਟੇਟ ਹੀ ਇੱਕ ਅਜਿਹੀ ਰਾਜਸੀ ਸੰਸਥਾ ਹੈ ਜੋ ਉਸ ਸਮੂਹ ਦੇ ਲੋਕਾਂ ਦੀ ਸੱਭਿਆਚਾਰਕ, ਆਰਥਿਕ ਅਤੇ ਰਾਜਸੀ ਤਰੱਕੀ ਦੀ ਜਾਮਨ ਬਣ ਸਕਦੀ ਹੈ। ਪ੍ਰੋਫੈਸਰ ਅਜ਼ਰਗੈਟ ਨੇ ਆਪਣੇ ਤਾਜ਼ਾ ਥੀਸਿਸ ਵਿੱਚ ਘੱਟ ਗਿਣਤੀਆਂ ਅਤੇ ਨੈਸ਼ਨਲਿਜ਼ਮ ਬਾਰੇ ਚਲੇ ਆਉਂਦੇ ਕੁਝ ਨਕਾਰਾਤਮਕ ਸਿਧਾਂਤਾਂ ਨੂੰ ਰੱਦ ਕਰਦੇ ਹੋਏ ਆਖਿਆ ਹੈ ਕਿ ਨੈਸ਼ਨਲਿਜ਼ਮ ਅਤੇ ਐਥਨਿਸਿਟੀ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਵਰਤਾਰੇ ਹਨ। ਇਹਨਾਂ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਪ੍ਰੋਫੈਸਰ ਗੈਟ ਅਨੁਸਾਰ ਨੈਸ਼ਨਲਿਜ਼ਮ ਤਾਂ ਰਾਜਸੀ ਐਥਨਿਸਿਟੀ ਦੇ ਵੱਡੇ ਵਰਤਾਰੇ ਦਾ ਇੱਕ ਮਹੱਤਵਪੂਰਨ ਅੰਗ ਹੈ।
ਉਹ ਆਖਦੇ ਹਨ ਕਿ ਘੱਟ ਗਿਣਤੀ ਐਥਨਿਸਿਟੀ ਵਰਤਾਰਾ ਇਤਿਹਾਸ ਵਿੱਚ ਹਮੇਸ਼ਾ ਹੀ ਬਹੁਤ ਵੱਡੀ ਪੱਧਰ ਤੇ ਸਟੇਟ ਦੇ ਪੈਦਾ ਹੋਣ ਤੋਂ ਵੀ ਪਹਿਲਾਂ ਦਾ ਰਾਜਸੀ ਵਰਤਾਰਾ ਹੈ। ਉਹ ਆਖਦੇ ਹਨ ਕਿ ਘੱਟ ਗਿਣਤੀ ਤੋਂ ਉਹਨਾਂ ਦਾ ਭਾਵ ਉਹ ਸਮਾਜਿਕ ਸਮੂਹ ਜੋ ਸਾਂਝੀ ਪਿਤਾ ਪੁਰਖੀ ਇਕਮੁੱਠਤਾ ਵਿੱਚ ਰਹਿੰਦਾ ਹੈ ਅਤੇ ਜੋ ਸਾਂਝੇ ਸੱਭਿਆਚਾਰ ਨਾਲ ਆਪਣੀ ਮਾਨਸਿਕ ਤੰਦ ਜੋੜਦਾ ਹੈ। ਉਹ ਆਖਦੇ ਹਨ ਕਿ ਮਲਟੀਨੈਸ਼ਨਲ ਸਟੇਟ ਵਿੱਚ ਸਰਕਾਰਾਂ ਇਸੇ ਕਰਕੇ ਆਪਣੀ ਤਾਕਤ ਦੇ ਜ਼ੋਰ ਨਾਲ ਲੋਕਾਂ ਨੂੰ ਇੱਕ ਨੇਸ਼ਨ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ, ਕਿਉਂਕਿ ਉਹ ਜਾਣਦੀਆਂ ਹਨ ਕਿ ਸਿਰਫ ਆਪਣੇ ਲੋਕਾਂ ਦੀ ਅਸਲ ਨੇਸ਼ਨ ਸਟੇਟ ਹੀ ਭਵਿੱਖ ਵਿੱਚ ਸਥਾਈ ਰਹਿ ਸਕਦੀ ਹੈ। ਇਸੇ ਲਈ ਐਥਨਿਸਿਟੀ ਅਤੇ ਨੈਸ਼ਨਲਿਜ਼ਮ ਇੱਕ ਮਜ਼ਬੂਤ ਰਾਜਸੀ ਵਰਤਾਰਾ ਹੈ, ਕਿਉਂਕਿ ਇਹਨਾਂ ਦੋਵਾਂ ਵਰਤਾਰਿਆਂ ਨੇ ਕਦੇ ਮਲਟੀਨੈਸ਼ਨਲ ਸਟੇਟ ਨੂੰ ਮਜ਼ਬੂਤ ਕਰਨ ਦਾ ਯਤਨ ਨਹੀਂ ਕੀਤਾ, ਬਲਕਿ ਆਪਣੇ ਲੋਕਾਂ ਦੀ ਭਾਵਨਾਵਾਂ ਅਨੁਸਾਰ ਸਟੇਟ ਨੂੰ ਤੋੜਨ ਦਾ ਯਤਨ ਕੀਤਾ ਹੈ। ਗੈਟ ਦਾ ਕਹਿਣਾ ਹੈ ਕਿ ਨੈਸ਼ਨਲਿਜ਼ਮ ਸਾਡੇ ਸਮਿਆਂ ਦਾ ਇੰਨਾ ਵੱਡਾ ਅਤੇ ਮਜ਼ਬੂਤ ਵਰਤਾਰਾ ਹੈ ਕਿ ਸਟੇਟ ਚਲਾ ਰਹੇ ਲੋਕ ਇਸ ਨੂੰ ਇਸ ਦੀ ਸਮੁੱਚਤਾ ਵਿੱਚ ਸਮਝਣ ਦਾ ਯਤਨ ਹੀ ਨਹੀਂ ਕਰ ਰਹੇ, ਕਿਉਂਕਿ ਜਦੋਂ ਉਹ ਇਸ ਦੀ ਅਸਲੀਅਤ ਨੂੰ ਸਮਝਣ ਦਾ ਯਤਨ ਸੱਚੇ ਦਿਲੋਂ ਕਰਨਗੇ ਤਾਂ ਉਹਨਾਂ ਦੀਆਂ ਆਪਣੀਆਂ ਰਾਜਸੀ ਪੋਜੀਸ਼ਨਾਂ ਖਤਰੇ ਵਿੱਚ ਆ ਜਾਣਗੀਆਂ। ਨੈਸ਼ਨਲਿਜ਼ਮ ਕਮਰੇ ਵਿੱਚ ਬੈਠਾ ਉਹ ਹਾਥੀ ਹੈ ਜੋ ਜਦੋਂ ਝੂਮਦਾ ਹੈ ਤਾਂ ਸਾਰਾ ਵਜੂਦ ਹਿਲਾ ਕੇ ਰੱਖ ਦਿੰਦਾ ਹੈ। ਇਸੇ ਲਈ ਸਾਰੇ ਰਾਜਸੀ ਵਿਸ਼ਲੇਸ਼ਕ ਇਸ ਨੂੰ ਇੱਕ ਭਾਰਤੀ ਕਹਾਣੀ ਵਾਂਗ ਦੇਖ ਰਹੇ ਹਨ, ਜਿੱਥੇ ਕੁਝ ਅੰਨੇ ਲੋਕਾਂ ਦੇ ਹੱਥਾਂ ਵਿੱਚ ਆਏ ਹਾਥੀ ਦੇ ਵੱਖਰੇ ਵੱਖਰੇ ਅੰਗ ਹੀ ਉਹਨਾਂ ਦੀ ਵਿਆਖਿਆ ਦਾ ਕੇਂਦਰ ਬਣ ਰਹੇ ਹਨ। ਉਸ ਹਾਥੀ ਦਾ ਸਮੁੱਚਾ ਵਜੂਦ ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ। ਨੈਸ਼ਨਲਿਜ਼ਮ ਅਤੇ ਖਾਸ ਕਰਕੇ ਘੱਟ ਗਿਣਤੀਆਂ ਦਾ ਨੈਸ਼ਨਲਿਜ਼ਮ, ਐਥਨੋ ਨੈਸ਼ਨਲਿਜ਼ਮ, ਇਸ 'ਤੇ ਖੋਜ ਕਰਨ ਵਾਲੇ ਪ੍ਰੋਫੈਸਰ ਵਾਕਰ ਕੂਨਰ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੀਆਂ ਘਟਨਾਵਾਂ ਨੇ ਸੰਸਾਰ ਰਾਜਨੀਤੀ ਦੇ ਮਾਹਰਾਂ ਨੂੰ ਇਹ ਗੱਲ ਦਰਸਾ ਦਿੱਤੀ ਹੈ ਕਿ ਘੱਟ ਗਿਣਤੀਆਂ ਦਾ ਨੈਸ਼ਨਲਿਜ਼ਮ ਇਸ ਵੇਲੇ ਸੰਸਾਰ ਭਰ ਦੀਆਂ ਸਥਾਪਿਤ ਸਟੇਟਸ ਲਈ ਵੱਡੀ ਚੁਣੌਤੀ ਦੇ ਤੌਰ 'ਤੇ ਉੱਭਰ ਰਿਹਾ ਹੈ। ਇਸ ਵੇਲੇ ਅਸੀਂ ਸੰਸਾਰ ਭਰ ਵਿੱਚ ਸਥਾਪਿਤ ਅਤੇ ਮਜ਼ਬੂਤ ਸਰਕਾਰਾਂ ਦੇ ਉਭਾਰ ਨੂੰ ਨਹੀਂ ਦੇਖ ਰਹੇ, ਬਲਕਿ ਸੰਸਾਰ ਭਰ ਵਿੱਚ ਲੋਕਾਂ ਦੇ ਸਟੇਟ ਸਿਸਟਮ ਨਾਲੋਂ ਆਪਣੀ ਕੌਮ, ਆਪਣੇ ਭਾਈਚਾਰੇ ਅਤੇ ਇਤਿਹਾਸ ਅਤੇ ਇਸ ਕਿਸਮ ਦੇ ਗੈਰ ਰਸਮੀ ਵਰਤਾਰਿਆਂ ਨਾਲ ਉਹਨਾਂ ਦੀ ਪੀੜ੍ਹੀ ਹੁੰਦੀ ਸਾਂਝ ਨੂੰ ਦੇਖ ਰਹੇ ਹਾਂ। ਸੰਸਾਰ ਭਰ ਵਿੱਚ ਪੈਦਾ ਹੋ ਰਹੇ ਹਿੰਸਕ ਵਿਦਰੋਹਾਂ ਦੇ ਮੱਦੇਨਜ਼ਰ ਅਸੀਂ ਕਹਿ ਸਕਦੇ ਹਾਂ ਕਿ ਸਥਾਪਿਤ ਸਰਕਾਰਾਂ ਆਪਣੇ ਅਧੀਨਾਂ ਦੇ ਮਨਾਂ ਵਿੱਚ ਸਟੇਟ ਲਈ ਪਿਆਰ ਅਤੇ ਮੋਹ ਪੈਦਾ ਨਹੀਂ ਕਰ ਸਕੀਆਂ ਅਤੇ ਮਨੁੱਖਾਂ ਦੀ ਪਹਿਲੀ ਵਫਾਦਾਰੀ ਹੁਣ ਸਟੇਟ ਨਾਲੋਂ ਆਪਣੇ ਧਰਮ, ਅਕੀਦੇ ਅਤੇ ਆਪਣੇ ਸਮਾਜਿਕ ਸਮੂਹ, ਕੌਮ ਨਾਲ ਹੁੰਦੀ ਜਾ ਰਹੀ ਹੈ। ਇਹ ਵਰਤਾਰਾ ਸਿਰਫ ਤੀਜੀ ਦੁਨੀਆ ਵਿੱਚ ਹੀ ਨਹੀਂ ਵਰਤ ਰਿਹਾ, ਬਲਕਿ ਆਪਣੇ ਆਪ ਨੂੰ ਅਗਾਂਹ-ਵਧੂ ਦੇਸ਼ ਮੰਨਣ ਵਾਲੇ ਆਸਟਰੀਆ, ਬੈਲਜੀਅਮ, ਕੈਨੇਡਾ, ਡੈਨਮਾਰਕ, ਫਰਾਂਸ, ਇਟਲੀ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਇੰਗਲੈਂਡ ਵਿੱਚ ਵੀ ਵੱਡੇ ਪੱਧਰ 'ਤੇ ਵਰਤ ਰਿਹਾ ਹੈ। ਵਾਕਰ ਕੂਨਰ ਦਾ ਕਹਿਣਾ ਹੈ ਕਿ ਨੈਸ਼ਨਲਿਜ਼ਮ ਦੀ ਇਸ ਭਾਵਨਾ ਨੂੰ ਨਾ ਸਮਝਣ ਲਈ ਸਾਡੇ ਸਮਕਾਲੀ ਵਿਦਵਾਨਾਂ ਦਾ ਬਹੁਤ ਵੱਡਾ ਦੋਸ਼ ਹੈ, ਕਿਉਂਕਿ ਉਹਨਾਂ ਨੇ ਨੈਸ਼ਨਲਿਜ਼ਮ ਨੂੰ ਮਹਿਜ ਆਪਣੀ ਸਰਕਾਰ ਪ੍ਰਤੀ ਵਫਾਦਾਰੀ ਦੇ ਤੌਰ 'ਤੇ ਮੰਨ ਲਿਆ ਅਤੇ ਕੌਮ ਨਾਲ ਵਫਾਦਾਰੀ ਵਾਲੇ ਫੈਕਟਰ ਨੂੰ ਅੱਖੋਂ ਉਹਲੇ ਕਰ ਦਿੱਤਾ। ਇਸ ਇਤਿਹਾਸਕ ਗਲਤੀ ਨੇ ਵਿਦਵਾਨਾਂ ਨੂੰ ਇਹ ਸਿੱਟਾ ਕੱਢਣ ਲਈ ਮਜਬੂਰ ਕਰ ਦਿੱਤਾ ਕਿ ਨੈਸ਼ਨਲਿਜ਼ਮ ਦਾ ਸਟੇਟ ਨਾਲ ਇਕਸੁਰਤਾ ਵਾਲਾ ਸੰਬੰਧ ਸਕਾਰਾਤਮਕ, ਪੋਜ਼ਿਟਿਵ ਅਤੇ ਸਹਾਇਕ ਹੈ। ਉਹ ਇਹ ਸਮਝਣ ਵਿੱਚ ਨਾਕਾਮ ਰਹੇ ਕਿ ਇਹ ਸੰਬੰਧ ਅਕਿਰਿਆਸ਼ੀਲ ਅਤੇ ਹਾਰਵਾਦੀ ਹੈ। ਕੋਈ ਘੱਟ ਗਿਣਤੀ ਤੋਂ ਕੌਮ ਕਿੱਦਾਂ ਬਣਦੀ ਹੈ? ਘੱਟ ਗਿਣਤੀ ਭਾਈਚਾਰਿਆਂ ਵਿੱਚ ਆਪਣੀ ਹੋਂਦ ਦੀ ਚੇਤਨਤਾ, ਉਸ ਚੇਤਨਤਾ ਦਾ ਵਿਕਾਸ ਅਤੇ ਵਿਕਸਿਤ ਚੇਤਨਤਾ ਦੇ ਕੌਮ ਵਿੱਚ ਤਬਦੀਲ ਹੋਣ ਦੇ ਵਰਤਾਰੇ ਦਾ ਪ੍ਰੋਫੈਸਰ ਐਂਥਨੀ ਸਮਿਥ ਨੇ ਬਹੁਤ ਡੂੰਘਾ ਅਧਿਐਨ ਕੀਤਾ ਹੈ। ਸਿੱਖ ਰਾਸ਼ਟਰਵਾਦ ਦੇ ਬਹੁਪੱਖੀ ਪਸਾਰ ਨੂੰ ਸਮਝਣ ਲਈ ਅਸੀਂ ਐਂਥਨੀ ਸਮਿਥ ਦੇ ਥੀਸਿਸ ਨੂੰ ਦੇਖ ਸਕਦੇ ਹਾਂ। ਐਂਥਨੀ ਸਮਿਥ ਅਨੁਸਾਰ ਘੱਟ ਗਿਣਤੀ ਕੌਮਾਂ ਉਹਨਾਂ ਸਮੂਹਾਂ ਨੂੰ ਆਖਿਆ ਜਾਂਦਾ ਹੈ ਜੋ ਸਾਂਝੇ ਪਿਤਰਾਂ ਦੀ ਪੈਦਾਇਸ਼, ਸਾਂਝੇ ਇਤਿਹਾਸ, ਸਾਂਝੇ ਸੱਭਿਆਚਾਰ ਦੇ ਮਾਲਕ ਹਨ, ਜਿਨ੍ਹਾਂ ਦੀ ਧਰਤੀ ਦੇ ਇੱਕ ਖਾਸ ਟੁਕੜੇ ਨਾਲ ਗਹਿਰੀ ਸਾਂਝ ਹੈ ਅਤੇ ਆਪਸ ਵਿੱਚ ਗੰਭੀਰ ਇਕਜੁੱਟਤਾ ਹੈ। ਕਿਸੇ ਵੀ ਘੱਟ ਗਿਣਤੀ ਦਾ ਇੱਕ ਸਾਂਝਾ ਨਾਂ ਉਸ ਦੀ ਹੋਂਦ ਦਾ ਪਹਿਲਾ ਪ੍ਰਤੀਕ ਹੈ, ਕਿਉਂਕਿ ਨਾਂ ਤੋਂ ਬਿਨਾਂ ਸਮੂਹ ਦੇ ਮੈਂਬਰਾਂ ਵਿੱਚ ਇਕਜੁੱਟਤਾ ਦੀ ਭਾਵਨਾ ਪੈਦਾ ਨਹੀਂ ਹੁੰਦੀ। ਕੌਮ ਦਾ ਸਾਂਝਾ ਨਾਂ ਕੌਮ ਦੀ ਹੋਂਦ ਦਾ ਪ੍ਰਤੀਕ ਹੈ, ਜਿਸ ਨਾਲ ਕੌਮ ਦੇ ਮੈਂਬਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਕਰਕੇ ਦੇਖਦੇ ਹਨ। ਸਾਂਝੀ ਕੌਮੀ ਵੰਸ਼ ਘੱਟ ਗਿਣਤੀ ਕੌਮਾਂ ਦਾ ਦੂਜਾ ਵੱਡਾ ਲੱਛਣ ਹੈ। ਸਾਂਝੇ ਵੰਸ਼ ਦੀ ਮਿੱਥ ਕੌਮ ਨੂੰ ਦੱਸਦੀ ਹੈ ਕਿ ਉਹ ਸਾਂਝੇ ਕਿਉਂ ਹਨ ਅਤੇ ਇੱਕ ਦੂਜੇ ਨਾਲ ਕਿਉਂ ਜੁੜੇ ਹੋਏ ਹਨ। ਅਸੀਂ ਇੱਕ ਭਾਈਚਾਰਾ ਕਿਉਂ ਹਾਂ? ਕਿਉਂਕਿ ਅਸੀਂ ਇੱਕੋ ਥਾਂ ਕਿਸੇ ਖਾਸ ਮੌਕੇ 'ਤੇ ਆਏ ਹਾਂ। ਸਾਡਾ ਪੂਰਵਜ ਸਾਂਝਾ ਹੈ। ਅਸੀਂ ਜ਼ਰੂਰੀ ਤੌਰ 'ਤੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਸਾਂਝੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹਾਂ।
ਭਾਈਚਾਰੇ ਦੇ ਸਾਂਝੇ ਕੌਮੀ ਨਿਸ਼ਾਨ ਜੋ ਪਿਛਲੀਆਂ ਪੀੜ੍ਹੀਆਂ ਦੇ ਤਜਰਬੇ ਵਿੱਚੋਂ ਢਲ ਕੇ ਕੁੰਦਨ ਬਣ ਕੇ ਨਵੀਂ ਪੀੜ੍ਹੀ ਅੱਗੇ ਆਏ ਹੁੰਦੇ ਹਨ, ਇਹ ਵੀ ਕੌਮੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਾਂਝਾ ਇਤਿਹਾਸ ਘੱਟ ਗਿਣਤੀ ਕੌਮਾਂ ਦੇ ਵਜੂਦ ਦਾ ਮਹੱਤਵਪੂਰਨ ਤੱਤ ਹੈ। ਪ੍ਰੋਫੈਸਰ ਸਮਿਥ ਆਖਦੇ ਹਨ ਕਿ ਸਾਂਝੇ ਇਤਿਹਾਸ ਤੋਂ ਬਿਨਾਂ ਘੱਟ ਗਿਣਤੀ ਕੌਮ ਦੇ ਵਜੂਦ ਨੂੰ ਮੰਨਿਆ ਹੀ ਨਹੀਂ ਜਾ ਸਕਦਾ। ਉਹ ਆਖਦੇ ਹਨ ਕਿ ਇਤਿਹਾਸ ਸਿਰਫ ਉਹ ਨਹੀਂ ਹੁੰਦਾ ਜੋ ਇਤਿਹਾਸਕਾਰਾਂ ਵੱਲੋਂ ਦੱਸਿਆ ਜਾਂਦਾ ਹੈ, ਬਲਕਿ ਕਿਸੇ ਘੱਟ ਗਿਣਤੀ ਕੌਮ ਲਈ ਇਤਿਹਾਸ ਦੇ ਸੋਮੇ ਉਸ ਦੀ ਮਾਨਸਿਕਤਾ ਵਿੱਚੋਂ ਉਪਜਦੇ ਹਨ। ਹੋ ਸਕਦਾ ਹੈ ਕਿ ਕਿਸੇ ਕੌਮ ਦੇ ਭਟਕੇ ਹੋਏ ਇਤਿਹਾਸਕਾਰ ਕਿਸੇ ਮੋੜ 'ਤੇ ਆ ਕੇ ਇਤਿਹਾਸ ਬਾਰੇ ਵੱਖਰੀ ਪਹੁੰਚ ਅਪਣਾ ਲੈਣ, ਪਰ ਕੌਮ ਦੀ ਆਤਮਾ ਨੂੰ ਤਾਂ ਉਹ ਇਤਿਹਾਸ ਹੀ ਤ੍ਰਿਪਤ ਕਰ ਸਕਦਾ ਹੈ ਜਿਸ ਵਿੱਚ ਕੌਮ ਦੇ ਨਾਇਕਾਂ ਅਤੇ ਨਾਇਕਾਵਾਂ ਦੀ ਅਸਹਿਤ ਜਾਂ ਖਹਿ ਘਾਲਣਾ ਬਿਆਨ ਕੀਤੀ ਗਈ ਹੋਵੇ। ਸਾਂਝਾ ਸੱਭਿਆਚਾਰ ਵੀ ਕੌਮੀ ਹੋਂਦ ਦਾ ਅਨਿੱਖੜਵਾਂ ਅੰਗ ਹੈ। ਪ੍ਰੋਫੈਸਰ ਸਮਿਥ ਆਖਦੇ ਹਨ ਕਿ ਸਾਂਝੇ ਸੱਭਿਆਚਾਰ ਦਾ ਤੰਤ ਕੌਮ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਬਾਹਰਲਿਆਂ ਤੋਂ ਵੱਖਰਿਆਉਂਦਾ ਹੈ। ਜਿਹੜੀ ਚੀਜ਼ ਕੌਮ ਨੂੰ ਬਾਹਰਲਿਆਂ ਤੋਂ ਵੱਖਰਿਆਉਂਦੀ ਹੈ ਉਹ ਕੌਮ ਦੀ ਉਸਾਰੀ ਦਾ ਵੱਡਾ ਗੁਣ ਹੈ। ਇਸ ਵਿੱਚ ਭਾਸ਼ਾ ਅਤੇ ਧਰਮ ਸਭ ਤੋਂ ਮਹੱਤਵਪੂਰਨ ਤੱਤ ਹੈ। ਧਰਤੀ ਦੇ ਕਿਸੇ ਖਾਸ ਟੁਕੜੇ ਨਾਲ ਲਗਾਅ ਵੀ ਘੱਟ ਗਿਣਤੀ ਕੌਮਾਂ ਦੀ ਹੋਂਦ ਦਾ ਇੱਕ ਹੋਰ ਗੰਭੀਰ ਤੱਤ ਹੈ। ਹਰ ਘੱਟ ਗਿਣਤੀ ਧਰਤੀ ਦੇ ਕਿਸੇ ਟੁਕੜੇ ਨਾਲ ਲਗਾਅ ਰੱਖਦੀ ਹੈ। ਹੋ ਸਕਦਾ ਹੈ ਉਹ ਉਸ ਖਿੱਤੇ ਵਿੱਚ ਰਹਿ ਰਹੀ ਹੋਵੇ ਜਾਂ ਉਹ ਖਿੱਤਾ ਉਸ ਦੀਆਂ ਪਵਿੱਤਰ ਯਾਦਾਂ ਦਾ ਸੋਮਾ ਹੋਵੇ। ਇਹ ਜ਼ਰੂਰੀ ਨਹੀਂ ਹੈ ਕਿ ਘੱਟ ਗਿਣਤੀ ਆਪਣੇ ਪਵਿੱਤਰ ਖਿੱਤੇ ਦੀ ਆਪ ਮਾਲਕ ਹੋਵੇ, ਬਲਕਿ ਉਸ ਖਿੱਤੇ ਦੀ ਆਪਣੇ ਪਵਿੱਤਰ ਹੋਮਲੈਂਡ ਦੇ ਤੌਰ 'ਤੇ ਖਿੱਚ ਅਤੇ ਇਤਿਹਾਸ ਦੇ ਕਿਸੇ ਮੋੜ ਉੱਤੇ ਉਸ ਹੋਮਲੈਂਡ ਨੂੰ ਹਾਸਲ ਕਰ ਲੈਣ ਦੀ ਰੀਝ ਵੱਧ ਮਹੱਤਵਪੂਰਨ ਹੁੰਦੀ ਹੈ। ਇਤਿਹਾਸ ਵਿੱਚ ਬਹੁਤ ਵਾਰ ਹੋਇਆ ਹੈ ਕਿ ਘੱਟ ਗਿਣਤੀਆਂ ਨੂੰ ਆਪਣੇ ਹੋਮਲੈਂਡ ਤੋਂ ਦੂਰ ਜਾਣਾ ਪਿਆ, ਪਰ ਇਸ ਨਾਲ ਕੋਈ ਘੱਟ ਗਿਣਤੀ ਕੌਮ ਆਪਣਾ ਕੌਮ ਹੋਣ ਦਾ ਮਾਣ ਨਹੀਂ ਗਵਾ ਲੈਂਦੀ। ਘੱਟ ਗਿਣਤੀ ਲਈ ਉਸ ਦੀਆਂ ਇਤਿਹਾਸਕ ਯਾਦਾਂ, ਸਾਂਝੇ ਨਾਇਕ, ਸਾਂਝਾ ਧਰਮ ਅਤੇ ਸਾਂਝਾ ਸੱਭਿਆਚਾਰ ਵੱਧ ਮਹੱਤਵਪੂਰਨ ਹੁੰਦਾ ਹੈ, ਨਾ ਕਿ ਧਰਤੀ ਦੇ ਟੁਕੜੇ ਦੀ ਮਲਕੀਅਤ। ਪ੍ਰੋਫੈਸਰ ਸਮਿਥ ਆਖਦੇ ਹਨ ਕਿ ਉੱਪਰ ਵਰਣਨ ਕੀਤੇ ਤੱਤਾਂ ਦੇ ਆਧਾਰ 'ਤੇ ਹੀ ਕੋਈ ਘੱਟ ਗਿਣਤੀ ਆਪਣੀ ਹੋਂਦ ਬਰਕਰਾਰ ਨਹੀਂ ਰੱਖ ਸਕਦੀ ਜੇ ਉਸ ਵਿੱਚ ਇਕਮੁੱਠਤਾ ਅਤੇ ਭਾਈਚਾਰੇ ਦੀ ਭਾਵਨਾ ਨਹੀਂ ਹੈ। ਇਕਮੁੱਠਤਾ ਦੀ ਭਾਵਨਾ ਹੀ ਵੱਡੇ ਸੰਕਟ ਵੇਲੇ ਉਸ ਘੱਟ ਗਿਣਤੀ ਨੂੰ ਆਪਣੇ ਅੰਦਰੂਨੀ ਵਿਰੋਧ ਭੁਲਾ ਕੇ ਸਾਂਝੇ ਦੁਸ਼ਮਣ ਦੇ ਖਿਲਾਫ ਡਟ ਜਾਣ ਦੀ ਭਾਵਨਾ ਪੈਦਾ ਕਰਦੀ ਹੈ। ਘੱਟ ਗਿਣਤੀਆਂ ਦੀ ਆਪਣੇ ਆਪੇ ਨੂੰ ਬਚਾਉਣ ਦੀ ਸਿਆਸੀ ਸਰਗਰਮੀ, ਜਿਸ ਨੂੰ ਪ੍ਰੋਫੈਸਰ ਸਮਿਥ ਐਥਨਿਸਿਜ਼ਮ ਕਹਿੰਦੇ ਹਨ, ਇੱਕ ਸਾਂਝੀ ਮੁਹਿੰਮ ਹੁੰਦੀ ਹੈ ਜਿਸ ਦੀ ਸਰਗਰਮੀ ਦਾ ਕੇਂਦਰ ਸਮੂਹ ਨੂੰ ਬਾਹਰਲੇ ਹਮਲਿਆਂ ਅਤੇ ਅੰਦਰੂਨੀ ਖੋਰੇ ਤੋਂ ਬਚਾਉਣਾ ਹੁੰਦਾ ਹੈ, ਤਾਂ ਕਿ ਕੌਮ ਦੀਆਂ ਰਵਾਇਤਾਂ ਅਤੇ ਸਵੈ ਵਿਸ਼ਵਾਸ ਨੂੰ ਮੁੜ ਮਜ਼ਬੂਤ ਕੀਤਾ ਜਾ ਸਕੇ, ਜੋ ਕਿ ਬਾਹਰੀ ਅਤੇ ਅੰਦਰੂਨੀ ਹਮਲਿਆਂ ਕਾਰਨ ਕਮਜ਼ੋਰ ਹੋ ਚੁੱਕਾ ਹੁੰਦਾ ਹੈ। ਇਸ ਅੰਦਰੂਨੀ ਅਤੇ ਬਹਿਰੂਨੀ ਸੰਘਰਸ਼ ਵਿੱਚ ਦੁਸ਼ਮਣ ਖਿਲਾਫ ਲੜੀਆਂ ਜਾਣ ਵਾਲੀਆਂ ਜੰਗਾਂ ਵੀ ਭਾਈਚਾਰੇ ਦੀ ਮਜ਼ਬੂਤੀ ਕਰਦੀਆਂ ਹਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਪ੍ਰਤੀ ਸੁਚੇਤ ਕਰਦੀਆਂ ਹਨ। ਦੁਸ਼ਮਣ ਨਾਲ ਲੜੀਆਂ ਜੰਗਾਂ ਮਹਿਜ ਉਸ ਵੇਲੇ ਲਈ ਹੀ ਮਹੱਤਵਪੂਰਨ ਨਹੀਂ ਹੁੰਦੀਆਂ, ਬਲਕਿ ਉਹਨਾਂ ਜੰਗਾਂ ਦਾ ਜੋ ਬੇਰਸੀ ਵਰਣਨ ਕੌਮ ਦੇ ਸਾਹਿਤ ਵਿੱਚ ਮਿਲਦਾ ਹੈ, ਉਹ ਜੰਗ ਦੇ ਮਹੱਤਵ ਨੂੰ ਅਸਲ ਜੰਗ ਨਾਲੋਂ ਵੀ ਵੱਧ ਮਹੱਤਵਪੂਰਨ ਕਰ ਦਿੰਦਾ ਹੈ। ਇਸ ਸੰਦਰਭ ਵਿੱਚ ਢਾਡੀ ਵਾਰਾਂ ਦੀ ਪ੍ਰਸੰਗਤਾ ਨੂੰ ਦੇਖਿਆ ਜਾ ਸਕਦਾ ਹੈ। ਪ੍ਰੋਫੈਸਰ ਸਮਿਥ ਆਖਦੇ ਹਨ ਕਿ ਦੁਸ਼ਮਣ ਦੇ ਬਾਹਰੀ ਹਮਲੇ ਤੋਂ ਤਾਂ ਕੌਮਾਂ ਦੇ ਵੀਰ ਜਵਾਨ ਆਪਣੀਆਂ ਸ਼ਹਾਦਤਾਂ ਦੇ ਕੇ ਕੌਮ ਨੂੰ ਬਚਾ ਲੈਂਦੇ ਹਨ, ਪਰ ਜਦੋਂ ਕੌਮ ਬਹੁਤ ਲੰਮੇ ਸਮੇਂ ਤੱਕ ਕਿਸੇ ਅਜਿਹੇ ਅੰਦਰੂਨੀ ਦੁਸ਼ਮਣ ਦੇ ਨਾਲ ਰਹਿਣ ਲਈ ਮਜਬੂਰ ਹੁੰਦੀ ਹੈ, ਜਿਸ ਦਾ ਸੱਭਿਆਚਾਰ, ਜਿਸ ਦਾ ਖਾਸਾ ਅਤੇ ਜਿਸ ਦੀ ਤਰਬੀਅਤ ਘੱਟ ਗਿਣਤੀ ਕੌਮ ਨਾਲ ਵੱਖਰੀ ਹੁੰਦੀ ਹੈ, ਤਾਂ ਉਸ ਵੇਲੇ ਵਿਸ਼ਵਾਸ ਦਾ ਸੰਕਟ ਖੜਾ ਹੋ ਜਾਂਦਾ ਹੈ। ਆਮ ਤੌਰ 'ਤੇ ਹੁੰਦਾ ਇਹ ਹੈ ਕਿ ਘੱਟ ਗਿਣਤੀ ਕੌਮਾਂ ਦੇ ਕੁਝ ਲੋਕ ਆਪਣੇ ਜੇਤੂ ਹਾਕਮਾਂ ਦੀ ਤਰਜ਼ੇ ਜ਼ਿੰਦਗੀ ਨੂੰ ਅਪਣਾਉਣ ਵੱਲ ਰੁਚਿਤ ਹੋ ਜਾਂਦੇ ਹਨ, ਜੋ ਕਿ ਵੱਡੇ ਸੰਕਟ ਦੇ ਤੌਰ 'ਤੇ ਪੇਸ਼ ਆਉਂਦਾ ਹੈ। ਅਜਿਹੇ ਮੌਕੇ ਫਿਰ ਕੌਮ ਦਾ ਆਪਣਾ ਇਤਿਹਾਸ, ਆਪਣੀਆਂ ਰਵਾਇਤਾਂ ਅਤੇ ਖਾਸ ਕਰਕੇ ਧਰਮੀ ਪੁਰਸ਼ ਸਭ ਤੋਂ ਵੱਧ ਕੰਮ ਆਉਂਦੇ ਹਨ। ਧਰਮ ਦੀ ਸਿੱਖਿਆ ਦੇਣ ਵਾਲੇ ਲੋਕ ਸਿਰਫ ਕੌਮ ਦੀਆਂ ਧਾਰਮਿਕ ਅਤੇ ਇਤਿਹਾਸਕ ਰਵਾਇਤਾਂ ਦੇ ਕਸਟੋਡੀਅਨ ਹੀ ਨਹੀਂ ਹੁੰਦੇ, ਬਲਕਿ ਉਹ ਧਰਮ ਦੀ ਅਸਲ ਭਾਵਨਾ ਨੂੰ ਲੋਕਾਂ ਵਿੱਚ ਹਸਤਾਂਤਰਿਤ ਕਰਕੇ ਕੌਮ ਦੇ ਪਵਿੱਤਰ ਵਿਰਸੇ ਅਤੇ ਆਬਾਦੀ ਨੂੰ ਬਚਾਈ ਰੱਖਦੇ ਹਨ। ਕੌਮਾਂ ਨੂੰ ਬਚਾਉਣ ਲਈ ਉਸ ਦੇ ਧਾਰਮਿਕ ਗ੍ਰੰਥ ਅਤੇ ਧਾਰਮਿਕ ਪੁਰਸ਼ ਕਿੰਨੇ ਮਹੱਤਵਪੂਰਨ ਹੁੰਦੇ ਹਨ, ਇਸ ਦੀ ਮਿਸਾਲ ਡਰੂਜ਼ ਕੌਮ ਤੋਂ ਲਈ ਜਾਂਦੀ ਹੈ। ਲੈਬਨਾਨ ਦੇ ਲਾਗੇ ਪੂਰਬ ਦੇ ਪਹਾੜਾਂ ਵਿੱਚ ਰਹਿਣ ਵਾਲੀ ਇਸ ਕੌਮ ਦੀ ਹੋਂਦ ਈਸਵੀ 1016 ਦੀ ਮੰਨੀ ਜਾਂਦੀ ਹੈ। ਆਪਣੀਆਂ ਵਿਲੱਖਣ ਰਵਾਇਤਾਂ ਕਾਰਨ ਇਹ ਵੱਡੇ ਸੰਕਟਾਂ ਨਾਲ ਜੂਝਦੀ ਆਈ।
ਵਿਰੋਧੀਆਂ ਦੇ ਲਗਾਤਾਰ ਹਮਲੇ ਵੀ ਕੌਮ ਦੀ ਆਜ਼ਾਦਾਨਾ ਸਪਿਰਿਟ ਨੂੰ ਖਤਮ ਨਾ ਕਰ ਸਕੇ। ਉਸ ਖਿੱਤੇ ਵਿੱਚ ਵਿਦੇਸ਼ੀ ਹਾਕਮਾਂ ਦੇ ਪਸਾਰ ਨੇ ਕੌਮ ਲਈ ਵੱਡਾ ਸੰਕਟ ਖੜਾ ਕਰ ਦਿੱਤਾ, ਪਰ ਕੌਮ ਦੇ ਧਾਰਮਿਕ ਪੁਰਸ਼ਾਂ ਨੇ ਆਪਣੀਆਂ ਰਵਾਇਤਾਂ ਦੇ ਬਲਬੂਤੇ ਤੇ ਕੌਮ ਨੂੰ ਬਚਾਈ ਰੱਖਿਆ। ਉਹਨਾਂ ਦਾ ਧਰਮ ਅਤੇ ਰਵਾਇਤਾਂ ਹੀ ਡਰੂਜ਼ ਕੌਮ ਦੀ ਤਾਕਤ ਬਣ ਕੇ ਉੱਭਰੀਆਂ। ਇਸੇ ਤਰ੍ਹਾਂ ਆਪਣੇ ਸੱਭਿਆਚਾਰਕ ਅਤੇ ਇਤਿਹਾਸਕ ਵਿਰਸੇ ਦੀ ਸੰਭਾਲ ਲਈ ਚੇਤੰਨ ਅਤੇ ਸੰਘਰਸ਼ਸ਼ੀਲ ਘੱਟ ਗਿਣਤੀ ਜਦੋਂ ਆਪਣੀਆਂ ਰਾਜਸੀ ਰੀਝਾਂ ਦੀ ਪ੍ਰਾਪਤੀ ਲਈ ਸਿਆਸਤ ਦੇ ਪਿੜ ਵਿੱਚ ਦਾਖਲ ਹੁੰਦੀ ਹੈ ਤਾਂ ਉਹ ਕੌਮ ਦਾ ਰੂਪ ਧਾਰਨ ਕਰ ਜਾਂਦੀ ਹੈ। ਫਿਰ ਉਸ ਦੀ ਸਮੁੱਚੀ ਸਰਗਰਮੀ ਨੈਸ਼ਨਲਿਜ਼ਮ ਦੇ ਘੇਰੇ ਵਿੱਚ ਆ ਜਾਂਦੀ ਹੈ। ਪ੍ਰੋਫੈਸਰ ਐਕਜ਼ਿਨ ਦੇ ਕਹਿਣ ਅਨੁਸਾਰ ਫਿਰ ਜਾਂ ਤਾਂ ਉਹ ਪ੍ਰਚਲਿਤ ਸਟੇਟ ਸਿਸਟਮ ਵਿੱਚ ਆਪਣੀ ਸਰਗਰਮੀ ਵਧਾ ਦਿੰਦੀ ਹੈ ਜਾਂ ਫਿਰ ਸਟੇਟਸ ਕੋ ਨੂੰ ਤੋੜ ਕੇ ਆਪਣੀ ਹੋਣੀ ਦੀ ਆਪ ਮਾਲਕ ਬਣਨ ਲਈ ਸੰਘਰਸ਼ੀਲ ਹੋ ਜਾਂਦੀ ਹੈ। ਪ੍ਰੋਫੈਸਰ ਸਮਿਥ ਦਾ ਕਹਿਣਾ ਹੈ ਕਿ ਸਿਆਸੀ ਤੌਰ ਤੇ ਚੇਤਨ ਹੋਈ ਕੌਮ ਜੋ ਨੇਸ਼ਨ ਦਾ ਦਰਜਾ ਹਾਸਲ ਕਰ ਚੁੱਕੀ ਹੈ ਅਤੇ ਜਿਸ ਦੀ ਸਰਗਰਮੀ ਨੂੰ ਨੈਸ਼ਨਲਿਜ਼ਮ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ, ਉਸ ਦਾ ਮੁੱਖ ਨਿਸ਼ਾਨਾ ਆਪਣਾ ਹੋਮਲੈਂਡ ਪ੍ਰਾਪਤ ਕਰਨ ਦਾ ਹੁੰਦਾ ਹੈ। ਬੇਸ਼ੱਕ ਨੈਸ਼ਨਲਿਜ਼ਮ ਦੇ ਹੋਰ ਵੀ ਬਹੁਤ ਸਾਰੇ ਨਿਸ਼ਾਨੇ ਹੁੰਦੇ ਹਨ, ਪਰ ਉਸ ਦਾ ਕੇਂਦਰੀ ਨਿਸ਼ਾਨਾ ਆਪਣਾ ਹੋਮਲੈਂਡ ਪ੍ਰਾਪਤ ਕਰਨ ਦਾ ਹੁੰਦਾ ਹੈ। ਸਮਿਥ ਆਖਦੇ ਹਨ ਕਿ ਸੱਭਿਆਚਾਰਕ ਅਤੇ ਇਤਿਹਾਸਕ ਤੌਰ ਤੇ ਚੇਤਨ ਹੋਈ ਕੌਮ ਨੂੰ ਫਿਰ ਸੱਤਾ ਅਤੇ ਸ਼ਕਤੀ ਦੇ ਰਾਹ ਪਾਉਣ ਲਈ ਇਤਿਹਾਸਕ ਲਾਂਘੇ ਭੰਨਣੇ ਪੈਂਦੇ ਹਨ। ਬਹੁਤ ਵਾਰ ਕੌਮਾਂ ਆਪਣੀ ਵਿਲੱਖਣਤਾ ਪ੍ਰਤੀ ਚੇਤਨ ਹੁੰਦੀਆਂ ਹਨ, ਪਰ ਬੇਗਾਨੀ ਅਤੇ ਮਜ਼ਬੂਤ ਸਟੇਟ ਸ਼ਕਤੀ ਅਧੀਨ ਰਹਿ ਕੇ ਉਸ ਵਿੱਚੋਂ ਆਪਣਾ ਹੋਮਲੈਂਡ ਪ੍ਰਾਪਤ ਕਰਨ ਦੀ ਇੱਛਾ ਮਰ ਜਾਂਦੀ ਹੈ। ਪਰ ਕੌਮ ਦੇ ਚੇਤੰਨ ਵਰਗਾਂ ਵੱਲੋਂ ਇਹ ਸਿੱਧ ਕਰਨਾ ਹੁੰਦਾ ਹੈ ਕਿ ਉਹ ਲੰਮੇ ਸਮੇਂ ਤੱਕ ਆਪਣੇ ਸੱਭਿਆਚਾਰ ਅਤੇ ਇਤਿਹਾਸਕ ਵਿਰਸੇ ਨੂੰ ਕਿਸੇ ਬੇਗਾਨੇ ਦੀ ਛਾਂ ਹੇਠ ਬਚਾ ਕੇ ਨਹੀਂ ਰੱਖ ਸਕਦੇ। ਇਹ ਦੱਸਣਾ ਹੁੰਦਾ ਹੈ ਕਿ ਨੈਸ਼ਨਲਿਜ਼ਮ ਮਹਿਜ਼ ਇੱਕ ਸੱਭਿਆਚਾਰਕ ਸਰਗਰਮੀ ਨਹੀਂ ਹੈ, ਬਲਕਿ ਇਸ ਦੇ ਰਾਜਸੀ ਅਰਥ ਵੀ ਹਨ। ਉਹ ਆਖਦਾ ਹੈ ਕਿ ਜਿਹੜੀ ਘੱਟ ਗਿਣਤੀ ਨੈਸ਼ਨਲ ਤੌਰ ਤੇ ਚੇਤਨ ਹੋ ਗਈ, ਉਸ ਦਾ ਰਾਜਸੀਕਰਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਸਟੇਟ ਦੀ ਸੱਤਾ ਅਤੇ ਸ਼ਕਤੀ ਦੇ ਸਮੀਕਰਨਾਂ ਨੂੰ ਆਪਣੇ ਹਿੱਤਾਂ ਲਈ ਪ੍ਰਭਾਵਿਤ ਕਰ ਸਕੇ। ਸਿਆਸੀ ਤੌਰ ਤੇ ਨੀਂਦ ਦੀ ਅਵਸਥਾ ਵਿੱਚ ਰਹਿ ਰਹੀ ਘੱਟ ਗਿਣਤੀ ਨੂੰ ਆਪਣੀ ਕੌਮੀਅਤ ਦੀ ਮਹੱਤਤਾ ਬਾਰੇ ਚੇਤਨ ਕਰਨ ਲਈ ਇਤਿਹਾਸ ਦੀਆਂ ਮਿੱਥਾਂ ਬਹੁਤ ਕੰਮ ਆਉਂਦੀਆਂ ਹਨ। ਕੌਮ ਦਾ ਇਤਿਹਾਸ ਹੀ ਉਸ ਦੀਆਂ ਸੁਸਤ ਕਲਾਵਾਂ ਨੂੰ ਚੜ੍ਹਦੀਆਂ ਕਲਾਵਾਂ ਵਿੱਚ ਬਦਲ ਸਕਦਾ ਹੈ। ਪ੍ਰੋਫੈਸਰ ਸਮਿਥ ਆਖਦੇ ਹਨ ਕਿ ਵੰਨ-ਸੁਵੰਨੇ ਸਵਾਦਾਂ ਦੇ ਮਾਲਕ ਲੋਕਾਂ ਦੇ ਝੁੰਡ ਨੂੰ ਇੱਕ ਜਥੇਬੰਦਕ ਨੇਸ਼ਨ ਵਿੱਚ ਤਬਦੀਲ ਕਰਨ ਲਈ, ਉਹਨਾਂ ਵਿੱਚ ਇਕਜੁੱਟਤਾ ਅਤੇ ਸਾਂਝੀ ਪਹਿਚਾਣ ਦੀ ਭਾਵਨਾ ਪੈਦਾ ਕਰਨ ਲਈ, ਉਹਨਾਂ ਨੂੰ ਇਕੱਠਾ ਕਰਕੇ ਸਮੁੱਚਤਾ ਵਿੱਚ ਪਰੋਣ ਲਈ, ਉਹਨਾਂ ਵਿੱਚ ਪ੍ਰਮਾਣਿਕਤਾ ਅਤੇ ਨਿੱਜੀ ਆਜ਼ਾਦੀ ਦੀ ਭਾਵਨਾ ਪੈਦਾ ਕਰਨ ਲਈ, ਉਹਨਾਂ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਨ ਦੇ ਯੋਗ ਬਣਾਉਣ ਲਈ ਇੱਕ ਪ੍ਰਤੀਕਾਤਮਕ ਢਾਂਚੇ ਸਿੰਬੋਲਿਕ ਫਰੇਮਵਰਕ ਦੇ ਵਿੱਚ ਢਾਲਣ ਦੀ ਲੋੜ ਹੁੰਦੀ ਹੈ। ਇਸ ਲਈ ਇਤਿਹਾਸ ਦੇ ਸੁਨਹਿਰੇ ਯੁੱਗ ਅਤੇ ਕੌਮਾਂ ਦੇ ਮਹਾਨਾਇਕਾਂ ਦਾ ਜੀਵਨ ਕੰਮ ਆਉਂਦਾ ਹੈ। ਕੌਮ ਦਾ ਬੇਰਸੀ ਅਤੀਤ ਜਜ਼ਬਿਆਂ ਦੀ ਅਜਿਹੀ ਅੱਗ ਬਾਲਦਾ ਹੈ ਜੋ ਪੀੜ੍ਹੀਆਂ ਤੱਕ ਬਲਦੀ ਰਹਿੰਦੀ ਹੈ। ਪ੍ਰੋਫੈਸਰ ਸਮਿਥ ਅਨੁਸਾਰ ਇਹ ਸੌਖੀ ਖੇਡ ਨਹੀਂ ਹੈ, ਕਿਉਂਕਿ ਜਿਸ ਸਟੇਟ ਅਧੀਨ ਕੌਮ ਰਹਿ ਰਹੀ ਹੈ ਉਸ ਦੀ ਸਟੇਟ ਮਸ਼ੀਨਰੀ ਵੀ ਆਪਣਾ ਰੰਗ ਦਿਖਾਉਂਦੀ ਹੈ। ਇਸ ਦੇ ਨਾਲ ਹੀ ਸਟੇਟ ਅਤੇ ਆਪਣੀ ਕੌਮ ਨਾਲ ਵਫਾਦਾਰੀ ਦਾ ਸੰਕਟ ਵੀ ਸਾਹਮਣੇ ਆ ਜਾਂਦਾ ਹੈ। ਇੱਕ ਘੱਟ ਗਿਣਤੀ ਜੋ ਕੌਮ ਬਣਨਾ ਚਾਹੁੰਦੀ ਹੈ ਉਸ ਲਈ ਇਹ ਸੰਕਟ ਕਾਫੀ ਵੱਡਾ ਹੁੰਦਾ ਹੈ, ਪਰ ਸਮਿਥ ਅਨੁਸਾਰ ਸਟੇਟ ਇਸ ਮੁਕਾਬਲੇ ਘਾਟੇ ਵਾਲੀ ਸਥਿਤੀ ਵਿੱਚ ਹੁੰਦੀ ਹੈ। ਉਸ ਦੀ ਅਫਸਰਸ਼ਾਹੀ ਇੱਕ ਤਰ੍ਹਾਂ ਨਾਲ ਲੋਕਾਂ ਤੋਂ ਦੂਰ ਅਤੇ ਵਿਸ਼ਵਾਸ ਰਹਿਤ ਹੁੰਦੀ ਹੈ। ਸਟੇਟ ਦੀਆਂ ਆਰਥਿਕ ਨੀਤੀਆਂ ਭਾਰੂ ਬਹੁਗਿਣਤੀ ਦੇ ਹੱਕ ਵਿੱਚ ਹੁੰਦੀਆਂ ਹਨ ਜੋ ਕਿ ਰਾਜ ਕਰ ਰਹੀ ਹੈ। ਸਟੇਟ ਦੀਆਂ ਕਥਿਤ ਕਦਰਾਂ ਕੀਮਤਾਂ, ਯਾਦਾਂ ਅਤੇ ਕੌਮੀ ਨਿਸ਼ਾਨੇ ਵੀ ਭਾਰੀ ਬਹੁਗਿਣਤੀ ਦੇ ਹੁੰਦੇ ਹਨ, ਜਿਸ ਦਾ ਕਿ ਸਟੇਟ ਦੀ ਸੱਤਾ ਤੇ ਕਬਜ਼ਾ ਹੈ। ਜੇ ਸਟੇਟ ਕੋਲ ਆਪਣੀਆਂ ਸੁਨਹਿਰੀ ਤੇ ਜਾਂਬਾਜ਼ ਰਵਾਇਤਾਂ ਨਾ ਹੋਣ ਤਾਂ ਉਸ ਸਟੇਟ ਦੀ ਭਾਰੂ ਬਹੁਗਿਣਤੀ ਆਪਣੀਆਂ ਰਵਾਇਤਾਂ ਨੂੰ ਹੀ ਸਟੇਟ ਵਿੱਚ ਵਸਣ ਵਾਲੀਆਂ ਕੌਮਾਂ ਤੇ ਥੋਪਣ ਦਾ ਯਤਨ ਕਰਨ ਲੱਗ ਜਾਂਦੀ ਹੈ। ਇਸੇ ਕਰਕੇ ਹੀ ਜ਼ਬਰ ਦਾ ਸ਼ਿਕਾਰ ਹੋਈਆਂ ਘੱਟ ਗਿਣਤੀਆਂ ਦੇ ਵਿਦਰੋਹ ਸ਼ੁਰੂ ਹੋ ਜਾਂਦੇ ਹਨ, ਖਾਸ ਕਰਕੇ ਜਦੋਂ ਘੱਟ ਗਿਣਤੀਆਂ ਕੋਲ ਆਪਣਾ ਵਿਲੱਖਣ ਅਤੇ ਜਾਂਬਾਜ਼ ਇਤਿਹਾਸ ਹੋਵੇ। ਇਸ ਕਰਕੇ ਇਥੋਪੀਆ ਦੇ ਟਿਗਰੀ, ਜ਼ਿੰਬਾਬਵੇ ਦੀ ਡਿਬੈਲੇ, ਇਰਾਕ ਦੇ ਕੁਰਦ, ਪੰਜਾਬ ਦੇ ਸਿੱਖ ਅਤੇ ਸ਼੍ਰੀਲੰਕਾ ਦੇ ਤਾਮਿਲਾਂ ਨੇ ਸਟੇਟ ਵੱਲੋਂ ਆਪਣੀਆਂ ਕਦਰਾਂ ਕੀਮਤਾਂ ਉਹਨਾਂ ਉੱਪਰ ਜਬਰੀ ਥੋਪਣ ਦੇ ਖਿਲਾਫ ਸੰਘਰਸ਼ ਕੀਤਾ। ਫਰਾਂਸ ਅਤੇ ਸਪੇਨ ਵਰਗੇ ਸਥਾਪਿਤ ਮੁਲਕਾਂ ਵਿੱਚ ਵੀ ਬ੍ਰੈਟਨਜ਼ ਅਤੇ ਬਾਸਕਸ ਨੇ ਸਰਕਾਰੀ ਨੈਸ਼ਨਲਿਜ਼ਮ ਥੋਪਣ ਦੇ ਖਿਲਾਫ ਆਵਾਜ਼ ਉਠਾਈ। ਪ੍ਰੋਫੈਸਰ ਸਮਿਥ ਆਖਦੇ ਹਨ ਕਿ ਕੌਮੀ ਆਦਰਸ਼ ਦਾ ਕੇਂਦਰ ਹੀ ਇਹ ਹੈ ਕਿ ਉਹ ਜਿਹੜੇ ਸਾਂਝੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ
ਉਹ ਆਜ਼ਾਦ ਹੋਣ, ਉਹ ਆਪਣੇ ਹੋਮਲੈਂਡ ਵਿੱਚ ਇਕੱਠੇ ਅਤੇ ਵਿਲੱਖਣ ਹੋਣ। ਉਹ ਕਹਿੰਦੇ ਹਨ ਕਿ ਕੌਮੀ ਆਦਰਸ਼ ਨੈਸ਼ਨਲ ਆਈਡੀਅਲ ਦਾ ਭਾਵ ਇੱਕ ਖਾਸ ਕਿਸਮ ਦਾ ਸੱਭਿਆਚਾਰ ਅਤੇ ਸੰਸਾਰ ਪ੍ਰਤੀ ਇੱਕ ਖਾਸ ਨਜ਼ਰੀਆ ਹੁੰਦਾ ਹੈ। ਇਸ ਨਜ਼ਰੀਏ ਅਨੁਸਾਰ ਮਨੁੱਖਤਾ ਕੁਦਰਤੀ ਅਤੇ ਅਸਲੀ ਤੌਰ 'ਤੇ ਵੱਖ-ਵੱਖ ਇਤਿਹਾਸਾਂ, ਸੱਭਿਆਚਾਰਾਂ ਅਤੇ ਰਵਾਇਤਾਂ ਵਾਲੇ ਭਾਈਚਾਰਿਆਂ ਦਰਮਿਆਨ ਵੰਡੀ ਹੋਈ ਹੈ, ਜਿਨ੍ਹਾਂ ਨੂੰ ਕੌਮਾਂ ਆਖਿਆ ਜਾਂਦਾ ਹੈ। ਹਰ ਕੌਮ ਆਪਣੇ ਖਾਸੇ ਵਿੱਚ ਵਿਲੱਖਣ ਹੈ। ਕੌਮਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਹਰ ਕੌਮ ਦਾ ਆਪਣਾ ਵਿਲੱਖਣ ਯੋਗਦਾਨ ਹੈ। ਹਰ ਕੌਮ ਆਪਣੇ ਲੋਕਾਂ ਦੀ ਪਹਿਚਾਣ ਆਪਣੇ ਵਿਲੱਖਣ ਗੁਣਾਂ ਤਹਿਤ ਪਰਿਭਾਸ਼ਿਤ ਕਰਦੀ ਹੈ। ਇਸ ਵਿਲੱਖਣਤਾ ਦਾ ਕੇਂਦਰੀ ਧੁਰਾ ਕੌਮ ਦਾ ਇਤਿਹਾਸ ਹੁੰਦਾ ਹੈ। ਭਵਿੱਖ ਦੀਆਂ ਪੀੜ੍ਹੀਆਂ ਲਈ ਕੌਮ ਦੇ ਇਤਿਹਾਸ ਦੇ ਵਿਲੱਖਣ ਗੁਣ ਜੋ ਕੌਮ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੇ ਹਨ, ਇਹ ਹੀ ਕੌਮ ਦੀ ਵਿਲੱਖਣਤਾ ਦਾ ਕੇਂਦਰੀ ਧੁਰਾ ਹੁੰਦੇ ਹਨ। ਇਹ ਗੁਣ ਇੱਕ ਕੜੀ ਵਾਂਗ ਹੁੰਦੇ ਹਨ ਜੋ ਕੌਮ ਦੇ ਭਵਿੱਖ ਨੂੰ ਘੜਦੇ ਹਨ। ਇਸੇ ਲਈ ਕੌਮੀ ਆਦਰਸ਼ ਜਿੱਥੇ ਸੰਸਾਰ ਪ੍ਰਤੀ ਇੱਕ ਨਿਆਰਾ ਨਜ਼ਰੀਆ ਪੇਸ਼ ਕਰਦਾ ਹੈ, ਉੱਥੇ ਆਪਣੇ ਵਿਲੱਖਣ ਇਤਿਹਾਸ ਦੇ ਸਹਾਰੇ ਕੌਮ ਦਾ ਭਵਿੱਖ ਵੀ ਘੜਦਾ ਹੈ। ਸਮਿਥ ਅਨੁਸਾਰ ਕੌਮੀ ਆਦਰਸ਼ ਮਹਿਜ ਸੰਸਾਰ ਪ੍ਰਤੀ ਵਿਲੱਖਣ ਨਜ਼ਰੀਏ ਦਾ ਹੀ ਨਾਂ ਨਹੀਂ ਹੈ, ਇਹ ਇੱਕ ਖਾਸ ਰਾਜਸੀ ਪ੍ਰੋਗਰਾਮ ਵੀ ਲੈ ਕੇ ਚੱਲਦਾ ਹੈ। ਕੌਮੀ ਆਦਰਸ਼ ਕੌਮ ਨੂੰ ਨੈਸ਼ਨਲਿਜ਼ਮ ਵੱਲ ਲੈ ਕੇ ਜਾਂਦਾ ਹੈ। ਨੈਸ਼ਨਲਿਜ਼ਮ ਦਾ ਕੇਂਦਰੀ ਭਾਵ ਉਸ ਰਾਜਸੀ ਐਕਸ਼ਨ ਤੋਂ ਹੈ ਜਿਸ ਨਾਲ ਕੌਮ ਨੇ ਆਪਣੇ ਕੌਮੀ ਆਦਰਸ਼ ਨੂੰ ਸਮੇਂ ਦੇ ਝੱਖੜਾਂ ਤੋਂ ਬਚਾ ਕੇ ਰੱਖਣਾ ਹੈ, ਜਿਸ ਨੇ ਕੌਮ ਵਿੱਚ ਲਗਾਤਾਰ ਇਕਜੁੱਟਤਾ ਦੀ ਭਾਵਨਾ ਪੈਦਾ ਕਰਕੇ ਰੱਖਣੀ ਹੈ। ਇਸ ਇਕਜੁੱਟਤਾ ਲਈ ਨੈਸ਼ਨਲਿਸਟ ਨੂੰ ਆਪਣੀ ਕੌਮੀ ਧਰਤੀ ਹੋਮਲੈਂਡ ਦੀ ਲੋੜ ਪੈਂਦੀ ਹੈ। ਨੈਸ਼ਨਲਿਸਟ ਦੀ ਰੀਝ ਕਿਸੇ ਵੀ ਧਰਤੀ ਦੇ ਮਾਲਕ ਬਣਨ ਨਾਲ ਤ੍ਰਿਪਤ ਨਹੀਂ ਹੁੰਦੀ, ਬਲਕਿ ਉਹ ਉਸ ਧਰਤੀ ਨੂੰ ਹਾਸਲ ਕਰਨਾ ਚਾਹੁੰਦਾ ਹੈ ਜੋ ਉਸਦੇ ਸੁਪਨਿਆਂ ਦੀ ਧਰਤੀ ਹੈ, ਜਿੱਥੇ ਉਸਦੇ ਵੱਡੇ ਵਡੇਰਿਆਂ ਨੇ ਮੱਲਾਂ ਮਾਰੀਆਂ ਹਨ, ਜੋ ਉਸਦੀ ਆਤਮਾ ਦੀ ਆਵਾਜ਼ ਹੈ, ਜੋ ਉਸਦੇ ਸਾਹਿਤ ਵਿੱਚ ਰੁਮਕਦੀ ਹੈ। ਕੌਮੀ ਇਕਜੁੱਟਤਾ ਜਿਸ ਦੀ ਨੈਸ਼ਨਲਿਸਟ ਇੱਛਾ ਰੱਖਦਾ ਹੈ, ਉਹ ਆਪਣੀ ਧਰਤੀ ਨਾਲ ਹੀ ਸੰਭਵ ਹੋ ਸਕਦੀ ਹੈ। ਆਪਣੀ ਧਰਤੀ ਤੋਂ ਬਿਨਾਂ ਤੁਸੀਂ ਇਕਜੁੱਟਤਾ ਅਤੇ ਭਰਾਤਰੀ ਭਾਵ ਪੈਦਾ ਨਹੀਂ ਕਰ ਸਕਦੇ। ਆਪਣੇ ਲੋਕਾਂ ਨੂੰ ਉਸ ਥਾਂ ਧਰਤੀ ਦੇ ਉਸ ਟੁਕੜੇ ਜਿਸ ਨੂੰ ਉਹ ਆਪਣਾ ਸਮਝਦੇ ਹਨ, ਉਹ ਹੋਮਲੈਂਡ ਜੋ ਉਹਨਾਂ ਦਾ ਇਤਿਹਾਸਕ ਹੱਕ ਹੈ, ਉਸ ਨਾਲ ਜੋੜੇ ਤੋਂ ਬਿਨਾਂ ਉਹਨਾਂ ਵਿੱਚ ਭਰਾਤਰੀ ਭਾਵ ਅਤੇ ਸਾਕੇਦਾਰੀ ਪੈਦਾ ਨਹੀਂ ਕਰ ਸਕਦੇ। ਆਪਣੀ ਮਾਨਤਾ ਪ੍ਰਾਪਤ ਧਰਤੀ ਰੈਕਗਨਾਈਜ਼ਡ ਲੈਂਡ ਦਾ ਹੱਕ ਲੈਣ ਤੋਂ ਬਿਨਾਂ ਕੌਮ ਦੇ ਲੋਕ ਭਵਿੱਖ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਨੂੰ ਮਹਿਸੂਸ ਨਹੀਂ ਕਰ ਸਕਣਗੇ। ਇਸ ਪਹਿਚਾਣ ਨੂੰ ਮਹਿਸੂਸ ਕਰਨ ਅਤੇ ਇਸ 'ਤੇ ਮਾਣ ਕਰਨ ਲਈ ਪ੍ਰੋਫੈਸਰ ਸਮਿਥ ਆਖਦੇ ਹਨ ਕਿ ਹੋਮਲੈਂਡ ਦਾ ਆਜ਼ਾਦ ਹੋਣਾ ਜ਼ਰੂਰੀ ਹੈ। ਇਸ 'ਤੇ ਕਿਸੇ ਹੋਰ ਸੱਭਿਆਚਾਰ ਵਾਲਿਆਂ ਦਾ ਰਾਜ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਰਾਸ਼ਟਰਵਾਦੀ ਰਾਜਨੀਤਿਕ ਸੰਘਰਸ਼ ਵਿੱਚ ਸ਼ਾਮਲ ਹੁੰਦਾ ਹੈ ਤਾਂ ਕਿ ਉਸਦੇ ਹੋਮਲੈਂਡ ਦੀ ਪ੍ਰਭੂ ਸੱਤਾ ਹਾਸਲ ਕੀਤੀ ਜਾ ਸਕੇ। ਕਿਸੇ ਦੂਜੀ ਵਿਚਾਰਧਾਰਾ ਅਤੇ ਵੱਖਰੀ ਇਤਿਹਾਸਕ ਪਰੰਪਰਾ ਵਾਲੇ ਹਾਕਮ ਦੇ ਅਧੀਨ ਰਹਿਣਾ ਕਿੰਨਾ ਔਖਾ ਹੈ, ਇਸ ਦੀ ਉਦਾਹਰਨ 19ਵੀਂ ਸਦੀ ਦੇ ਜਰਮਨ ਰਾਜ ਤੋਂ ਮਿਲਦੀ ਹੈ। 19ਵੀਂ ਸਦੀ ਵਿੱਚ ਜਰਮਨ ਕੌਮ ਦਾ ਆਪਣਾ ਰਾਜ ਮੌਜੂਦਾ ਜਰਮਨੀ ਅਤੇ ਆਸਟਰੀਆ ਤੋਂ ਵੱਧ ਕੇ ਫਿਨਲੈਂਡ ਦੀ ਖਾੜੀ, ਬਾਲਟਿਕ, ਐਡਰਿਆਟਿਕ ਅਤੇ ਬੋਹੀਮੀਆ ਦੀਆਂ ਪਹਾੜੀਆਂ ਤੋਂ ਲੈ ਕੇ ਰੂਸ ਦੀਆਂ ਵਾਦੀਆਂ ਤੱਕ ਵੱਧ ਗਿਆ ਸੀ। ਸਟੇਟ ਵੱਲੋਂ ਪ੍ਰਚਾਰੇ ਜਾਂਦੇ ਨੈਸ਼ਨਲਿਜ਼ਮ ਦੇ ਸਿਧਾਂਤ ਅਨੁਸਾਰ ਜਰਮਨ ਕੌਮ ਇਸ ਖਿੱਤੇ ਵਿੱਚ ਆਪਣੀ ਕੌਮੀ ਚੌਧਰ ਬਰਕਰਾਰ ਕਰ ਸਕਦੀ ਸੀ ਅਤੇ ਸਮੁੱਚੇ ਖਿੱਤੇ ਨੂੰ ਜਰਮਨ ਨੇਸ਼ਨ ਦਾ ਹਿੱਸਾ ਐਲਾਨ ਸਕਦੀ ਸੀ। ਪਰ ਅਜਿਹੀ ਲਾਲਸਾ ਵੱਡੀਆਂ ਸਮੱਸਿਆਵਾਂ ਤੋਂ ਬਿਨਾਂ ਪੂਰੀ ਨਹੀਂ ਸੀ ਹੋ ਸਕਦੀ। ਜਰਮਨ ਕੌਮ ਦੀ ਇਸ ਲਾਲਸਾ ਨੂੰ 1848 ਦੇ ਇਨਕਲਾਬ ਨੇ ਬੰਨ੍ਹ ਲਾ ਦਿੱਤਾ। 1848 ਦਾ ਇਨਕਲਾਬ ਇੱਕੋ ਸਮੇਂ ਬਰਲਿਨ, ਵਿਅੰਨਾ ਅਤੇ ਹੋਰ ਛੋਟੀਆਂ ਜਰਮਨ ਸਟੇਟਾਂ ਵਿੱਚ ਵਾਪਰਿਆ। ਬੇਸ਼ੱਕ ਇਹ ਥੋੜ੍ਹੀ ਦੇਰ ਲਈ ਹੀ ਸਫਲ ਹੋ ਸਕਿਆ, ਪਰ ਇਸ ਨੇ ਉਸ ਖਿੱਤੇ ਨੂੰ ਜਰਮਨ ਨੇਸ਼ਨ ਬਣਾਉਣ ਦੇ ਯਤਨਾਂ ਦੇ ਰਾਹ ਵਿੱਚ ਵੱਡੇ ਰੋੜੇ ਅਟਕਾ ਦਿੱਤੇ। ਇਨਕਲਾਬ ਦੀ ਸਫਲਤਾ ਦੇ ਨਾਲ ਹੀ ਘੱਟ ਗਿਣਤੀ ਕੌਮਾਂ ਨੇ ਜਰਮਨ ਸੰਵਿਧਾਨ ਵਿੱਚ ਸੁਧਾਰ ਕਰਕੇ ਘੱਟ ਗਿਣਤੀਆਂ ਦੀ ਵੱਧ ਵਸੋਂ ਵਾਲੇ ਇਲਾਕਿਆਂ ਨੂੰ ਵੱਧ ਰਾਜਸੀ ਅਧਿਕਾਰ ਦੇਣ ਦੀ ਮੰਗ ਚੁੱਕ ਲਈ। ਥੋੜ੍ਹੀ ਦੇਰ ਬਾਅਦ ਹੀ ਜਰਮਨ ਪਾਰਲੀਮੈਂਟ ਵਿੱਚ ਇੱਕ ਤਿੱਖਾ ਮਸਲਾ ਸਾਹਮਣੇ ਆਇਆ। ਉਸ ਵੇਲੇ ਪੋਲੈਂਡ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਹ ਰੂਸ, ਆਸਟਰੀਆ ਅਤੇ ਪ੍ਰੂਸ਼ੀਆ ਵਿੱਚ ਵੰਡ ਹੋ ਗਿਆ ਸੀ। ਪ੍ਰੂਸ਼ੀਆ ਦੇ ਪੋਲਿਸ਼ਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਆਪਣੀਆਂ ਵੱਧ ਆਬਾਦੀ ਵਾਲੇ ਇਲਾਕਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਉਠਾ ਦਿੱਤੀ। ਮਾਮਲਾ ਫਰੈਂਕਫਰਟ ਦੀ ਸੰਸਦ ਵਿੱਚ ਬਹਿਸ ਲਈ ਆ ਗਿਆ, ਕਿਉਂਕਿ 1848 ਦੇ ਇਨਕਲਾਬ ਨੇ ਪੋਲਿਸ਼ਾਂ ਨੂੰ ਇੱਕ ਕੌਮ ਦਾ ਦਰਜਾ ਦੇ ਦਿੱਤਾ ਸੀ। ਜਰਮਨ ਸੰਸਦ ਵਿੱਚ ਇਸ ਦਾ ਡਟਵਾਂ ਵਿਰੋਧ ਹੋਇਆ। ਬਰਲਿਨ ਦੇ ਇੱਕ ਮੈਂਬਰ ਜਾਰਡਨ ਨੇ ਉਸ ਬਹਿਸ ਵਿੱਚ ਹਿੱਸਾ ਲੈਂਦਿਆਂ ਆਖਿਆ ਕਿ ਪ੍ਰੂਸ਼ੀਆ ਵਿੱਚ ਰਹਿ ਰਹੇ 5 ਲੱਖ ਜਰਮਨ ਜਰਮਨੀ ਦੇ ਕਾਨੂੰਨਾਂ ਤਹਿਤ ਰਹਿ ਕੇ ਆਪਣੀ ਮਾਤਰ ਭੂਮੀ ਨਾਲ ਇਕਮੁੱਠਤਾ ਰੱਖਣਗੇ,
ਜਾਂ ਆਪਣੇ ਤੋਂ ਘਟੀਆ ਕੌਮ ਦੀ ਸਰਦਾਰੀ ਹੇਠ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਜੀਵਨ ਬਤੀਤ ਕਰਨਗੇ। ਜਾਰਡਨ ਨੇ ਆਖਿਆ ਕਿ ਪੋਲਿਸ਼ ਮੰਗ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ, ਕਿਉਂਕਿ ਸਾਨੂੰ ਆਪਣੇ ਲੋਕਾਂ ਵਿੱਚ ਇੱਕ ਮਜ਼ਬੂਤ ਕੌਮੀ ਗੌਰਵ ਪੈਦਾ ਕਰਨਾ ਚਾਹੀਦਾ ਹੈ, ਜਿਸ ਦੇ ਬਿਨਾਂ ਕੋਈ ਵੀ ਕੌਮ ਵਿਕਸਿਤ ਨਹੀਂ ਹੋ ਸਕਦੀ। ਮਹਿਜ਼ ਸਟੇਟ ਦੀ ਮੌਜੂਦਗੀ ਹੀ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਨਹੀਂ ਦੇ ਸਕਦੀ, ਬਲਕਿ ਸਟੇਟ ਨੂੰ ਹੋਰਾਂ ਉੱਤੇ ਆਪਣੀ ਸ਼ਕਤੀ ਦਾ ਦਾਅਵਾ ਦ੍ਰਿੜਤਾ ਨਾਲ ਜਤਾਉਣ ਕਰਕੇ ਹੀ ਆਜ਼ਾਦੀ ਬਰਕਰਾਰ ਰਹਿ ਸਕਦੀ ਹੈ। ਪ੍ਰੋਫੈਸਰ ਕਦੌਰੀ ਆਖਦੇ ਹਨ ਕਿ ਨੈਸ਼ਨਲਿਜ਼ਮ ਬਹੁ-ਕੌਮੀ ਸਟੇਟਾਂ ਵਿੱਚ ਸਥਿਰਤਾ ਅਤੇ ਮਜ਼ਬੂਤੀ ਲਿਆਉਣ ਦਾ ਨਾਂ ਨਹੀਂ ਹੈ, ਬਲਕਿ ਇਹ ਤਾਂ ਵੱਖ-ਵੱਖ ਕੌਮਾਂ ਨੂੰ ਉਹਨਾਂ ਦੇ ਬਣਦੇ ਸਿਆਸੀ ਹੱਕ ਦਿਵਾਉਣ ਦੀ ਸਰਗਰਮੀ ਹੈ। ਇਹ ਉਸ ਸਾਰੀ ਸਥਿਰਤਾ ਨੂੰ ਤੋੜ ਦਿੰਦਾ ਹੈ ਜੋ ਘੱਟ ਗਿਣਤੀ ਕੌਮਾਂ ਦੇ ਲੀਡਰਾਂ ਨੇ ਕਿਸੇ ਵੇਲੇ ਭਾਰੂ ਬਹੁ ਗਿਣਤੀ ਨਾਲ ਸਮਝੌਤੇ ਕਰਕੇ ਕੀਤੀ ਹੁੰਦੀ ਹੈ। ਘੱਟ ਗਿਣਤੀਆਂ ਨੂੰ ਹਰ ਵੇਲੇ ਆਪਣੇ ਕੌਮੀ ਕਾਜ ਦੀ ਪ੍ਰਾਪਤੀ ਲਈ ਪੁਰਾਣੇ ਜ਼ਖਮ ਹਰੇ ਕਰਨੇ ਚਾਹੀਦੇ ਹਨ ਅਤੇ ਸਾਰੇ ਪੁਰਾਣੇ ਸਮਝੌਤੇ ਤੋੜ ਦੇਣੇ ਚਾਹੀਦੇ ਹਨ। ਪ੍ਰੋਫੈਸਰ ਕਦੌਰੀ ਇਹ ਵੀ ਆਖਦੇ ਹਨ ਕਿ ਬਹੁ-ਕੌਮੀ ਸਟੇਟਾਂ ਕਈ ਵਾਰ ਰਾਸ਼ਟਰਵਾਦੀਆਂ ਨੂੰ ਬੇਹਥਿਆਰੇ ਕਰਨ ਲਈ ਉਹਨਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਮਾਮਲੇ ਉਹਨਾਂ ਕੌਮਾਂ ਨੂੰ ਦੇ ਦਿੰਦੀਆਂ ਹਨ ਕਿ ਇਹ ਮਾਮਲੇ ਕੌਮਾਂ ਦੀਆਂ ਸੰਸਥਾਵਾਂ ਚਲਾ ਲੈਣ, ਜਦੋਂ ਕਿ ਆਰਥਿਕ ਅਤੇ ਰਾਜਸੀ ਮਾਮਲੇ ਰਾਜਨੀਤਿਕ ਸ਼ਕਤੀ ਚਲਾਏਗੀ, ਭਾਵ ਸਟੇਟ ਚਲਾਏਗੀ। ਪ੍ਰੋਫੈਸਰ ਕਦੌਰੀ ਆਖਦੇ ਹਨ ਕਿ ਰਾਸ਼ਟਰਵਾਦੀਆਂ ਨੂੰ ਸ਼ਾਂਤ ਕਰਨ ਦੇ ਅਜਿਹੇ ਯਤਨ ਬਹੁਤੇ ਸਫਲ ਨਹੀਂ ਹੁੰਦੇ, ਕਿਉਂਕਿ ਰਾਸ਼ਟਰਵਾਦੀ ਸਮਝਦੇ ਹਨ ਕਿ ਬੇਸ਼ੱਕ ਸੱਭਿਆਚਾਰਕ ਅਤੇ ਰਾਜਸੀ ਮਾਮਲੇ ਇੱਕ ਦੂਜੇ ਤੋਂ ਵੱਖ ਨਹੀਂ ਹਨ, ਪਰ ਕੋਈ ਵੀ ਸੱਭਿਆਚਾਰ ਆਪਣੀ ਪ੍ਰਭੂ ਸੱਤਾ ਸੰਪੰਨ ਸਟੇਟ ਤੋਂ ਬਿਨਾਂ ਜੀ ਨਹੀਂ ਸਕਦਾ। ਇਸ ਲਈ ਉਹਨਾਂ ਦਾ ਨਿਸ਼ਾਨਾ ਆਪਣੇ ਗੌਰਵ ਨੂੰ ਬਚਾਈ ਰੱਖਣ ਦਾ ਹੁੰਦਾ ਹੈ। ਬੇਗਾਨੇ ਮੁਲਕ ਦੀ ਸਿਟੀਜ਼ਨਸ਼ਿਪ ਲੈਣ ਦੇ ਦਰਦ ਨੂੰ ਯਹੂਦੀਆਂ ਤੋਂ ਵੱਧ ਸ਼ਾਇਦ ਕਿਸੇ ਨੇ ਨਹੀਂ ਮਹਿਸੂਸਿਆ। ਪ੍ਰਚਲਿਤ ਕਿਸਮ ਦੇ ਰਾਸ਼ਟਰਵਾਦ ਸਿਵਿਕ ਨੈਸ਼ਨਲਿਜ਼ਮ ਅਧੀਨ ਬਹੁ ਗਿਣਤੀ ਕੌਮਾਂ ਨਾਲ ਏਕੀਕਰਨ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਯਹੂਦੀਆਂ ਵਰਗੀ ਘੱਟ ਗਿਣਤੀ ਜੋ ਫ੍ਰੈਂਚ ਸਿਟੀਜ਼ਨਸ਼ਿਪ ਲੈਣ ਲਈ ਪਲਾਇਨ ਕਰਕੇ ਆਈ, ਜਾਂ ਜਿਸ ਨੂੰ ਫ੍ਰੈਂਚ ਸਮਾਜ ਨਾਲ ਇੱਕਮਿਕ ਹੋਣ ਲਈ ਉਤਸ਼ਾਹਿਤ ਕੀਤਾ ਗਿਆ, ਉਸ ਨੂੰ ਬਹੁਤ ਵੱਡੀ ਕੀਮਤ ਉਤਾਰਨੀ ਪਈ। ਉਹਨਾਂ ਨੂੰ ਆਪਣੇ ਕੌਮੀ ਨਿਆਰੇਪਣ, ਸਾਂਝੇ ਸੱਭਿਆਚਾਰ ਅਤੇ ਆਪਣੇ ਨਿਆਰੇ ਹੱਕਾਂ ਦੀ ਬਲੀ ਦੇਣੀ ਪਈ। 1790 ਵਿੱਚ ਫ੍ਰੈਂਚ ਸਰਕਾਰ ਨੇ ਇੱਕ ਕਾਨੂੰਨ ਪਾਸ ਕੀਤਾ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਯਹੂਦੀਆਂ ਨੂੰ ਵਿਅਕਤੀਗਤ ਤੌਰ ਤੇ ਦੇਣ ਲਈ ਸਾਡੇ ਕੋਲ ਬਹੁਤ ਕੁਝ ਹੈ, ਪਰ ਯਹੂਦੀਆਂ ਨੂੰ ਇੱਕ ਕੌਮ ਦੇ ਤੌਰ ਤੇ ਦੇਣ ਲਈ ਸਾਡੇ ਕੋਲ ਕੁਝ ਨਹੀਂ ਹੈ। ਇਸੇ ਲਈ ਲਿਓਪੋਲਡ ਕੋਰ ਦਾ ਕਹਿਣਾ ਹੈ ਕਿ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਵੱਡੇ ਆਕਾਰ ਦੇ ਹਿਰਸਾ ਅਤੇ ਲਾਲਸਾ ਕਾਰਨ ਪੈਦਾ ਹੋਈਆਂ ਹਨ। ਦੁਨੀਆ ਭਰ ਦੇ ਭੱਦਰ ਪੁਰਸ਼ ਸਿਆਸਤਦਾਨ ਜਦੋਂ ਹਮਲਾਵਰ ਵਿਅਕਤੀ ਜਾਬਰਪੁਣਾ, ਇਕੱਠਵਾਦ ਅਤੇ ਸਮੂਹਕ ਬੇਵਕੂਫੀ ਦਾ ਸ਼ਿਕਾਰ ਹੋ ਕੇ ਆਪਣੀ ਸਟੇਟ ਨੂੰ ਵੱਡਾ ਕਰਨ ਦੇ ਯਤਨ ਕਰਦੇ ਹਨ ਤਾਂ ਸੰਸਾਰ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ। ਉਹ ਵੱਡੇ ਮੁਲਕਾਂ ਨੂੰ ਛੋਟੀਆਂ ਕੌਮਾਂ ਵਿੱਚ ਤੋੜ ਦੇਣ ਦੀ ਵਕਾਲਤ ਕਰਦੇ ਹਨ। ਬੈਂਜਾਮਿਨ ਐਕਜਨ ਵੀ ਆਖਦੇ ਹਨ ਕਿ ਮਜ਼ਬੂਤ ਵਾੜ ਹੀ ਚੰਗੇ ਗੁਆਂਢੀ ਪੈਦਾ ਕਰ ਸਕਦੀ ਹੈ। ਪ੍ਰੋਫੈਸਰ ਸਮਿਥ ਦਾ ਕਹਿਣਾ ਹੈ ਕਿ ਆਜ਼ਾਦੀ ਮਹਿਜ ਰਾਜਸੀ ਜਾਂ ਆਰਥਿਕ ਕਾਰਨਾਂ ਕਰਕੇ ਹੀ ਨਹੀਂ ਚਾਹੀਦੀ ਹੁੰਦੀ, ਬਲਕਿ ਕਿਸੇ ਕੌਮ ਦੀ ਪ੍ਰਤਿਭਾ ਦਾ ਫੁੱਲ ਆਜ਼ਾਦ ਮੁਲਕ ਤੋਂ ਬਿਨਾਂ ਖਿੜ ਹੀ ਨਹੀਂ ਸਕਦਾ। ਸਿੱਖ ਰਾਸ਼ਟਰਵਾਦ ਨੂੰ ਸਮਝਦੇ ਹਾਂ। ਐਂਥਨੀ ਸਮਿਥ ਆਖਦੇ ਹਨ ਕਿ ਕੌਮਾਂ ਦੀ ਉਤਪਤੀ ਅਤੇ ਉਹਨਾਂ ਦੇ ਘੱਟ ਗਿਣਤੀ ਆਧਾਰ ਐਥਨਿਕ ਓਰੀਜਨ ਤੋਂ ਹੁੰਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਕੌਮਾਂ ਦੀ ਉਤਪਤੀ ਦਾ ਆਧਾਰ ਉਹ ਸਾਂਝਾ ਤਜਰਬਾ ਹੈ ਜੋ ਕਿਸੇ ਸਮੂਹ ਦੇ ਮੈਂਬਰਾਂ ਨੇ ਇਤਿਹਾਸ ਵਿੱਚ ਮਾਣਿਆ ਜਾਂ ਹੰਢਾਇਆ ਹੈ। ਪੀੜ੍ਹੀਆਂ ਤੋਂ ਉਸ ਸਾਂਝੇ ਇਤਿਹਾਸਕ ਤਜਰਬੇ ਹਿਸਟੋਰੀਕਲ ਐਕਸਪੀਰੀਅੰਸ ਨੇ ਜੋ ਨਿਸ਼ਾਨ ਛੱਡੇ ਹਨ, ਉਹਨਾਂ ਦੀ ਛਾਪ ਅੱਜ ਦੀਆਂ ਆਧੁਨਿਕ ਕੌਮਾਂ ਅਤੇ ਕੌਮੀ ਰਾਜਾਂ ਤੋਂ ਸਪਸ਼ਟ ਦੇਖੀ ਜਾ ਸਕਦੀ ਹੈ। ਉਸ ਇਤਿਹਾਸਕ ਤਜਰਬੇ ਵਿੱਚ ਕੌਮ ਦੀਆਂ ਇਤਿਹਾਸਕ ਮਿਥਾਂ, ਕੌਮੀ ਯਾਦਾਂ, ਕੌਮੀ ਨਿਸ਼ਾਨ ਅਤੇ ਕੌਮੀ ਕਦਰਾਂ ਕੀਮਤਾਂ ਸਭ ਤੋਂ ਵੱਡਾ ਯੋਗਦਾਨ ਪਾਉਂਦੀਆਂ ਹਨ। ਇਸ ਲਈ ਪੂਰਵ ਆਧੁਨਿਕ ਕੌਮੀ ਜਜ਼ਬੇ ਅਤੇ ਪੈਟਰਨ ਦੀ ਖੋਜ ਕਰਦਿਆਂ ਸਾਨੂੰ ਸਾਂਝੀਆਂ ਯਾਦਾਂ ਅਤੇ ਸਾਂਝੇ ਤਜਰਬੇ ਦੇ ਉਹ ਭੰਡਾਰ ਨੂੰ ਗਹੁ ਨਾਲ ਵਾਚਣਾ ਚਾਹੀਦਾ ਹੈ ਜਿਸ ਨੇ ਮਨੁੱਖੀ ਸਮੂਹਾਂ ਨੂੰ ਇੱਕ ਤੰਦ ਦੇ ਵਿੱਚ ਪਰੋ ਕੇ ਰੱਖਣ ਦਾ ਕਾਰਜ ਕੀਤਾ ਹੈ। ਪ੍ਰੋਫੈਸਰ ਸਮਿਥ ਅਨੁਸਾਰ ਉਹ ਸਾਂਝਾ ਤਜਰਬਾ ਹੀ ਅੱਜ ਦੇ ਆਧੁਨਿਕ ਰਾਸ਼ਟਰਾਂ ਦਾ ਅਸਲ ਆਧਾਰ ਹੈ, ਕਿਉਂਕਿ ਘੱਟ ਗਿਣਤੀ ਸਮੂਹ ਦਾ ਤਜਰਬਾ ਨਵੇਂ ਰੂਪ ਵਿੱਚ ਤਬਦੀਲ ਹੋ ਗਿਆ ਹੈ, ਪਰ ਉਹ ਮਲੀਆਮੇਟ ਨਹੀਂ ਹੋਇਆ ਜਿਵੇਂ ਕਿ ਕੁਝ ਆਧੁਨਿਕ ਵਿਚਾਰਵਾਨਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ ਐਂਥਨੀ ਸਮਿਥ ਆਖਦੇ ਹਨ ਕਿ ਕਿਸੇ ਸਮੂਹ ਦੀ ਕੌਮੀ ਵਿਆਖਿਆ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ: ਇੱਕ ਸਾਂਝਾ ਨਾਂ ਅਤੇ ਨਿਸ਼ਾਨ, ਸਾਂਝੀ ਵੰਸ਼ ਦੀ ਮਿੱਥ, ਸਾਂਝੀਆਂ ਇਤਿਹਾਸਕ ਯਾਦਾਂ ਅਤੇ ਰਵਾਇਤਾਂ, ਸਾਂਝੇ ਸੱਭਿਆਚਾਰ ਦੇ ਇੱਕ ਜਾਂ ਇੱਕ ਤੋਂ ਵੱਧ ਤੱਤ, ਇਤਿਹਾਸਕ ਧਰਤੀ ਜਾਂ ਹੋਮਲੈਂਡ ਨਾਲ ਸਾਂਝ, ਕੌਮੀ ਅਲੀਟ ਵਿੱਚ ਸਾਂਝੇਦਾਰੀ ਦੀ ਭਾਵਨਾ।
ਪ੍ਰੋਫੈਸਰ ਸਮਿਥ ਆਖਦੇ ਹਨ ਕਿ ਕਿਸੇ ਮਰਦ ਅਗੰਮੜੇ ਦੀ ਔਲਾਦ ਹੋਣ ਦੀ ਇਤਿਹਾਸਕ ਮਿੱਥ ਕੌਮ ਨੂੰ ਇਕਜੁੱਟਤਾ ਵਿੱਚ ਬੰਨ੍ਹ ਦਿੰਦੀ ਹੈ ਕਿ ਇਤਿਹਾਸ ਦੇ ਲੱਖਾਂ ਝੱਖੜਾਂ ਦੇ ਬਾਵਜੂਦ ਵੀ ਫਿਰ ਉਹ ਉਸਦੇ ਕੌਮੀ ਜਜ਼ਬੇ ਨੂੰ ਨਹੀਂ ਤੋੜ ਸਕਦੀ। ਕੌਮ ਦੇ ਇਹ ਤੱਥ ਮਹਿਜ ਉਸ ਕੌਮ ਨੂੰ ਹੀ ਆਪਸ ਵਿੱਚ ਨਹੀਂ ਜੋੜਦੇ ਬਲਕਿ ਆਪਣੇ ਗੁਆਂਢੀਆਂ ਨਾਲੋਂ ਵੱਖਰਾ ਵੀ ਕਰਦੇ ਹਨ ਅਤੇ ਸਮਿਥ ਦਾ ਮੰਨਣਾ ਹੈ ਕਿ ਹਰ ਕੌਮ ਨੂੰ ਕਦਮ ਕਦਮ ਤੇ ਇਸ ਵੱਖਰੇਪਣ ਦਾ ਅਹਿਸਾਸ ਅਤੇ ਮੁਜ਼ਾਹਰਾ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਫਰੈਡਰਿਕ ਬਾਰਥ ਦਾ ਵੀ ਕਹਿਣਾ ਹੈ ਕਿ ਕੌਮੀ ਸਮੂਹ ਆਪਣੀ ਵਿਆਖਿਆ ਮਹਿਜ਼ ਆਪਣੇ ਵਿਲੱਖਣ ਤੱਤਾਂ ਕਰਕੇ ਨਹੀਂ ਕਰਦੇ ਬਲਕਿ ਆਪਣੇ ਗੁਆਂਢੀਆਂ ਨਾਲੋਂ ਵੱਖਰੇ ਤੱਤ ਵੀ ਉਹਨਾਂ ਦੀ ਵਿਆਖਿਆ ਦਾ ਕੇਂਦਰੀ ਧੁਰਾ ਹੁੰਦੇ ਹਨ। ਪ੍ਰੋਫੈਸਰ ਬਾਰਥ ਆਖਦੇ ਹਨ ਕਿ ਪੁਰਾਤਨ ਮਨੁੱਖ ਉਸ ਵੇਲੇ ਪਰੇਸ਼ਾਨ ਹੋ ਜਾਂਦਾ ਸੀ ਜਿਸ ਵੇਲੇ ਕਿਸੇ ਹੋਰ ਕਬੀਲੇ ਦਾ ਵਿਅਕਤੀ ਉਸਦੇ ਹਾਵਾਂ ਭਾਵਾਂ ਅਤੇ ਸੰਕੇਤਕ ਭਾਸ਼ਾ ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦਾ ਸੀ। ਉਹ ਆਖਦੇ ਹਨ ਕਿ ਇਸ ਨੂੰ ਮਨੁੱਖੀ ਅਪੂਰਨਤਾ ਦੇ ਸੰਕੇਤ ਵਜੋਂ ਸਮਝਿਆ ਜਾਂਦਾ ਸੀ, ਅਸਲ ਮਨੁੱਖ ਨੂੰ ਸਮਝਣ ਤੋਂ ਅਸਮਰੱਥ ਹੁੰਦਾ ਸੀ। ਇਸ ਸੰਦਰਭ ਵਿੱਚ ਗੁਰਬਾਣੀ ਵਿੱਚ ਗੁਰਮੁਖ ਅਤੇ ਮਨਮੁਖ ਦਾ ਸੰਕਲਪ ਸਿੱਖ ਕੌਮ ਦੇ ਵਿਚਾਰਧਾਰਕ ਅਤੇ ਉੱਤਮ ਤੱਤ ਦੀ ਮਿਸਾਲ ਹੈ ਜੋ ਉਸ ਨੂੰ ਦੂਜਿਆਂ ਨਾਲੋਂ ਵੱਖਰਾ ਕਰਦਾ ਹੈ। ਫਰਾਂਸੀਸੀ ਭਾਸ਼ਾ ਵਿਗਿਆਨੀ ਐਮਿਲੀ ਬਨਵਿਟਸੇ ਨੇ ਵੀ ਕੌਮਾਂ ਨੂੰ ਉਹਨਾਂ ਦੇ ਨਿਰੋਲ ਵੱਖਰੇ ਤੱਤਾਂ ਦੇ ਆਧਾਰ 'ਤੇ ਵੱਖਰਿਆਉਣ ਦੇ ਇਤਿਹਾਸਕ ਤਜਰਬੇ ਦੀ ਹਮਾਇਤ ਕਰਦੇ ਹਨ। ਉਹ ਆਖਦੇ ਹਨ ਪੁਰਾਤਨ ਸਮਿਆਂ ਵਿੱਚ ਘੱਟ ਗਿਣਤੀ ਸਮੂਹਾਂ ਦਾ ਹਰ ਨਾਂ ਦੂਜੇ ਨਾਲੋਂ ਵੱਖਰਾ ਅਤੇ ਵਿਰੋਧੀ ਹੁੰਦਾ ਸੀ। ਹਰ ਨਾਂ ਵਿੱਚ ਉਹ ਉੱਤਮ ਅਹਿਸਾਸ ਛੁਪਿਆ ਹੁੰਦਾ ਸੀ ਜੋ ਉੱਤਮ ਭਾਸ਼ਾ ਨੇ ਕੌਮ ਦੇ ਲੋਕਾਂ ਵਿੱਚ ਭਰਿਆ ਹੁੰਦਾ ਸੀ। ਧਰਮ ਵੀ ਕਿਸੇ ਕੌਮ ਦੇ ਕੌਮੀ ਜਜ਼ਬੇ ਨੂੰ ਮਜ਼ਬੂਤ ਅਤੇ ਪਵਿੱਤਰ ਰੱਖਣ ਦਾ ਮਹੱਤਵਪੂਰਨ ਤੱਤ ਹੈ। ਫਰੈਡਰਿਕ ਹਰਟਜ਼ ਨੇ ਸੰਸਾਰ ਭਰ ਦੀਆਂ ਕੌਮਤਾਂ ਦੀ ਉਤਪਤੀ ਅਤੇ ਵਿਕਾਸ ਦੇ ਸੰਬੰਧ ਵਿੱਚ ਧਰਮ ਦੀ ਮਹੱਤਤਾ ਅਤੇ ਉੱਤਮਤਾ ਨੂੰ ਪਹਿਚਾਣਿਆ ਹੈ। ਫਰੈਡਰਿਕ ਹਰਟਜ਼ ਦਾ ਕਹਿਣਾ ਹੈ ਕਿ ਹਰ ਕੌਮ ਅਤੇ ਭਾਈਚਾਰੇ ਵਿੱਚ ਇਕਜੁੱਟਤਾ ਅਤੇ ਭਰਾਤਰੀ ਭਾਵ ਦੀ ਭਾਵਨਾ ਪੈਦਾ ਕਰਨ ਵਿੱਚ ਧਰਮ ਅੱਜ ਵੀ ਤਾਕਤਵਰ ਤੱਤ ਹੈ। ਉਹ ਆਖਦੇ ਹਨ ਕਿ ਕੌਮੀ ਏਕਤਾ ਅਤੇ ਇਕਜੁੱਟਤਾ ਅਸਲ ਵਿੱਚ ਧਾਰਮਿਕ ਜੜ੍ਹਾਂ ਵਿੱਚੋਂ ਹੀ ਪੈਦਾ ਹੁੰਦੀ ਹੈ ਅਤੇ ਹਰ ਕੌਮੀ ਸਭਿਅਤਾ ਨੂੰ ਧਰਮ ਨੇ ਹੀ ਨਿਖਾਰਿਆ ਹੈ। ਉਹ ਇਹ ਵੀ ਆਖਦੇ ਹਨ ਕਿ ਹਰ ਕੌਮ ਦੇ ਪਵਿੱਤਰ ਭਾਵਨਾ ਨੂੰ ਉਸ ਦੀ ਸਭਿਅਤਾ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ ਅਤੇ ਹਰ ਸਭਿਅਤਾ ਨੂੰ ਧਰਮ ਦੀਆਂ ਪਾਵਨ ਭਾਵਨਾਵਾਂ ਤੋਂ ਬਿਨਾਂ ਸਮਝਿਆ ਨਹੀਂ ਜਾ ਸਕਦਾ। ਫਰੈਡਰਿਕ ਹਰਟਜ਼ ਦਾ ਕਹਿਣਾ ਹੈ ਕਿ ਕੌਮੀ ਉਸਾਰੀ ਵਿੱਚ ਧਰਮ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਬਹੁਤ ਸਾਰੇ ਸੰਘਰਸ਼ ਜਿਨ੍ਹਾਂ ਨੂੰ ਧਾਰਮਿਕ ਸੰਘਰਸ਼ਾਂ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ ਅਸਲ ਵਿੱਚ ਸੱਜਰੇਪਣ ਨਾਲ ਭਰਪੂਰ ਕੌਮੀ ਪਹਿਚਾਣ ਨੂੰ ਕਾਇਮ ਰੱਖਣ ਦਾ ਚੇਤਨ ਪ੍ਰਗਟਾਵਾ ਸਨ। ਉਹ ਆਖਦੇ ਹਨ ਕਿ ਧਰਮ ਨੇ ਹੀ ਉਸ ਦੇ ਪੈਰੋਕਾਰਾਂ ਵਿੱਚ ਆਪਣੇ ਕੌਮੀ ਕਾਰਜ ਦੀ ਪਵਿੱਤਰਤਾ ਲਈ ਸ਼ਹੀਦ ਹੋ ਜਾਣ ਦਾ ਜਜ਼ਬਾ ਭਰਿਆ ਹੈ। ਇਹ ਜਜ਼ਬਾ ਕਿਸੇ ਉੱਚੀ ਅਤੇ ਪਵਿੱਤਰ ਸ਼ਕਤੀ ਅਕਾਲ ਪੁਰਖ ਦੀ ਬਖਸ਼ਿਸ਼ ਦੇ ਅਧੀਨ ਹੀ ਪੈਦਾ ਹੁੰਦਾ ਹੈ ਜੋ ਕਿ ਕਿਸੇ ਸਰਕਾਰ ਦੇ ਸਰਟੀਫਿਕੇਟ ਦਾ ਮੁਤਾਜ ਨਹੀਂ ਹੁੰਦਾ। ਹਰਟਜ਼ ਦਾ ਇਹ ਵੀ ਆਖਣਾ ਹੈ ਕਿ ਜਦੋਂ ਕੌਮਾਂ ਸਿਆਸੀ ਤੌਰ 'ਤੇ ਗੁਲਾਮ ਹੋ ਜਾਂਦੀਆਂ ਹਨ ਉਸ ਵੇਲੇ ਫਿਰ ਉਹ ਧਰਮ ਦੀ ਪਨਾਹ ਵਿੱਚ ਆਉਂਦੀਆਂ ਹਨ ਮੁੜ ਤੋਂ ਆਜ਼ਾਦੀ ਹਾਸਲ ਕਰਨ ਲਈ। ਇਸ ਹਾਲਤ ਵਿੱਚ ਧਰਮ ਦੀ ਪਵਿੱਤਰਤਾ ਹੀ ਉਸ ਨੂੰ ਉਸ ਦੇ ਖੁਸੇ ਹੋਏ ਕੌਮੀ ਮਾਣ ਨੂੰ ਮੁੜ ਕੇ ਪ੍ਰਾਪਤ ਕਰਨ ਦਾ ਵਸੀਲਾ ਬਣਦੀ ਹੈ। ਪ੍ਰੋਫੈਸਰ ਐਂਥਨੀ ਸਮਿਥ ਵੀ ਸਮੇਂ ਦੇ ਝੱਖੜਾਂ ਦਰਮਿਆਨ ਕੌਮਾਂ ਦੇ ਬਚ ਜਾਣ ਦੇ ਚਮਤਕਾਰ ਨੂੰ ਰੱਬ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਅਤੇ ਉੱਚਾ ਸੁੱਚਾ ਜੀਵਨ ਜਿਉਣ ਦੇ ਚਰਿੱਤਰ ਨੂੰ ਮੰਨਦਾ ਹੈ। ਉਹ ਆਖਦੇ ਹਨ ਕਿ ਕੌਮਾਂ ਆਪਣੇ ਪਵਿੱਤਰ ਜਜ਼ਬੇ ਅਤੇ ਪਾਕ ਜੀਵਨ ਰਹਿਣੀ ਕਾਰਨ ਹੀ ਝੱਖੜਾਂ ਵਿੱਚ ਬਚ ਪਾਉਂਦੀਆਂ ਹਨ। ਇਸ ਨੂੰ ਉਹ ਰੱਬ ਵੱਲੋਂ ਚੁਣੇ ਹੋਏ ਲੋਕ ਚੂਜ਼ਨ ਪੀਪਲ ਦੇ ਇਤਿਹਾਸਕ ਮਿੱਥ ਨਾਲ ਜੋੜ ਕੇ ਦੇਖਦਾ ਹੈ। ਉਹ ਆਖਦਾ ਹੈ ਕਿ ਧਾਰਮਿਕ ਜਜ਼ਬੇ ਨੂੰ ਪ੍ਰਣਾਈਆਂ ਹੋਈਆਂ ਕੌਮਾਂ ਵਿੱਚ ਇਹ ਜਜ਼ਬਾ ਚੂਜ਼ਨ ਪੀਪਲ ਵਾਲਾ ਜਜ਼ਬਾ ਬਹੁਤ ਪ੍ਰਬਲ ਹੁੰਦਾ ਹੈ ਕਿ ਪਰਮਾਤਮਾ ਨੇ ਉਹਨਾਂ ਨੂੰ ਕਿਸੇ ਬਹੁਤ ਹੀ ਉੱਚੇ ਸੁੱਚੇ ਅਤੇ ਪਵਿੱਤਰ ਕਾਰਜ ਨੂੰ ਪਵਿੱਤਰਤਾ ਨਾਲ ਸਿਰੇ ਚੜ੍ਹਾਉਣ ਲਈ ਧਰਤੀ 'ਤੇ ਭੇਜਿਆ ਹੈ ਤੇ ਅਜਿਹਾ ਕਾਰਜ ਉਹ ਆਪਣੇ ਚਰਿੱਤਰ ਦੀ ਪਵਿੱਤਰਤਾ ਅਤੇ ਅਖਲਾਕ ਦੀ ਬੁਲੰਦੀ ਨਾਲ ਹੀ ਅੰਜਾਮ ਦੇ ਸਕਦੇ ਹਨ। ਸਿੱਖਾਂ ਵਿੱਚ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦਾ ਸੰਕਲਪ ਵੀ ਪ੍ਰੋਫੈਸਰ ਐਂਥਨੀ ਸਮਿਥ ਦੇ ਸੰਕਲਪ ਨਾਲ ਜਾ ਮਿਲਦਾ ਹੈ। ਉਹ ਆਖਦਾ ਹੈ ਕਿ ਜਿਸਨੇ ਅਕਾਲ ਪੁਰਖ ਨੇ ਸਾਨੂੰ ਚੁਣ ਕੇ ਭੇਜਿਆ ਹੈ ਉਸਨੇ ਸਾਡੇ 'ਤੇ ਬਹੁਤ ਸਾਰੀਆਂ ਅਖਲਾਕੀ ਜ਼ਿੰਮੇਵਾਰੀਆਂ ਅਤੇ ਪਾਬੰਦੀਆਂ ਵੀ ਲਾਈਆਂ ਹਨ ਜਿਨ੍ਹਾਂ ਦੀ ਹਰ ਵੇਲੇ ਪਾਲਣਾ ਕਰਨਾ ਚੁਣੇ ਹੋਏ ਲੋਕਾਂ ਚੂਜ਼ਨ ਪੀਪਲ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਹ ਆਖਦਾ ਹੈ ਕਿ ਚੁਣੇ ਹੋਏ ਲੋਕ ਜਦੋਂ ਤੱਕ ਵਾਹਿਗੁਰੂ ਵੱਲੋਂ ਆਇਤ ਕੀਤੀਆਂ ਅਖਲਾਕੀ ਜ਼ਿੰਮੇਵਾਰੀਆਂ ਅਤੇ ਪਾਬੰਦੀਆਂ ਦਾ ਸਤਿਕਾਰ ਕਰਕੇ ਉਹਨਾਂ ਦੀ ਪਾਲਣਾ ਕਰਦੇ ਰਹਿਣਗੇ ਉਸ ਵੇਲੇ ਤੱਕ ਉਹਨਾਂ ਦੀ ਹਰ ਮੈਦਾਨ ਫਤਿਹ ਹੋਵੇਗੀ। ਇਹ ਜਜ਼ਬਾ ਹੀ ਇਤਿਹਾਸ ਦੇ ਉਹਨਾਂ ਝੱਖੜਾਂ ਦਰਮਿਆਨ ਕੌਮਾਂ ਦੇ ਬਚਾਓ ਦਾ ਕਾਰਨ ਬਣੇਗਾ।
ਇਸ ਸੰਬੰਧ ਵਿੱਚ ਉਸਨੇ ਯਹੂਦੀਆਂ ਦੇ ਇੱਕ ਪਵਿੱਤਰ ਗ੍ਰੰਥ ਦਾ ਹਵਾਲਾ ਦਿੱਤਾ ਹੈ, ਜਿਸ ਦੇ ਸ਼ਲੋਕ ਵਿੱਚ ਆਖਿਆ ਗਿਆ ਹੈ, ਜਦੋਂ ਤੱਕ ਤੁਸੀਂ ਮੇਰੇ ਉਪਦੇਸ਼ ਨੂੰ ਪਵਿੱਤਰ ਭਾਵਨਾ ਨਾਲ ਮੰਨਦੇ ਰਹੋਗੇ ਅਤੇ ਇਸ ਦੇ ਪਾਬੰਦ ਰਹੋਗੇ, ਉਸ ਵੇਲੇ ਤੱਕ ਤੁਸੀਂ ਮੇਰੇ ਸਾਰੇ ਲੋਕਾਂ ਲਈ ਇੱਕ ਪਵਿੱਤਰ ਖਜ਼ਾਨੇ ਵਾਂਗ ਰਹੋਗੇ, ਕਿਉਂਕਿ ਸਾਰੀ ਧਰਤੀ ਮੇਰੀ ਹੈ ਅਤੇ ਤੁਸੀਂ ਮੇਰੇ ਧਾਰਮਿਕ ਪੁਰਸ਼ ਅਤੇ ਪਵਿੱਤਰ ਕੌਮ ਹੋ। ਇਹ ਸਾਰੀ ਵਿਆਖਿਆ ਅਤੇ ਸ਼ਲੋਕ ਸਾਨੂੰ ਗੁਰੂ ਸਾਹਿਬ ਦੇ ਉਸ ਸੰਦੇਸ਼ ਦੀ ਯਾਦ ਦਿਵਾਉਂਦਾ ਹੈ, ਜਿਸ ਵਿੱਚ ਉਹ ਸਿੱਖਾਂ ਨੂੰ ਆਖਦੇ ਹਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਸ ਸੰਦਰਭ ਵਿੱਚ ਸਿੱਖਾਂ ਦੇ ਕੌਮੀ ਜਜ਼ਬੇ ਦੀ ਖੋਜ ਕਰਨ ਵਾਲੇ ਪ੍ਰੋਫੈਸਰ ਪੌਲ ਬਰਾਸ ਦਾ ਕਹਿਣਾ ਹੈ ਕਿ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਵਿੱਚੋਂ ਜੇ ਕਿਸੇ ਨੇ ਪੂਰਨ ਕੌਮ ਦਾ ਮਾਣ ਹਾਸਲ ਕੀਤਾ ਹੈ ਤਾਂ ਉਹ ਸਿੱਖ ਕੌਮ ਹੀ ਹੈ, ਜਿਸ ਨੇ ਭਾਰੂ ਬਹੁ ਗਿਣਤੀ ਦੇ ਵੱਖਰੇ ਇਤਿਹਾਸਕ ਮਿੱਥ ਸੰਕੇਤ ਮਜ਼ਬੂਤ ਕਰਕੇ ਆਪਣੇ ਕੌਮੀ ਮਾਣ ਅਤੇ ਕੌਮੀ ਜਜ਼ਬੇ ਨੂੰ ਕਾਇਮ ਰੱਖਿਆ ਹੈ। ਸਿੱਖ ਲਹਿਰ ਵਿੱਚ ਕੇਸਾਧਾਰੀ ਲੋਕਾਂ ਦਾ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਕੌਮ ਭਾਰਤ ਵਿੱਚ ਇੱਕ ਵੱਖਰੀ ਕੌਮ ਦੇ ਤੌਰ ਤੇ ਉਸਰੀ ਹੋਈ ਹੈ। ਇਸ ਕੌਮ ਦੀ ਉਸਾਰੀ ਵਿੱਚ ਸਿੱਖ ਧਰਮ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਲੈਫਟੀਨੈਂਟ ਕਰਨਲ ਮੈਲਕਮ ਨੇ ਸਿੱਖਾਂ ਦੇ ਕੌਮੀ ਜਜ਼ਬੇ ਦੀ ਵਿਆਖਿਆ ਕਰਦਿਆਂ ਆਖਿਆ ਹੈ ਕਿ ਸਿੱਖ ਕੌਮ ਜੋ ਆਪਣੇ ਜਨਮ ਤੋਂ ਹੀ ਝੱਖੜਾਂ ਨਾਲ ਮੱਥਾ ਲਾਉਂਦੀ ਆਈ ਹੈ, ਹਰ ਵਾਰ ਵੱਡੇ ਜ਼ਬਰ ਤੋਂ ਬਾਅਦ ਇੱਕ ਚਮਕਦੀ ਹੋਈ ਲਾਟ ਵਾਂਗ ਉੱਠ ਖੜੋਂਦੀ ਹੈ। ਇਤਿਹਾਸ ਦਾ ਹਰ ਜ਼ਬਰ ਕੌਮ ਵਿੱਚ ਹੋਰ ਮਜ਼ਬੂਤ ਭਾਵਨਾ ਪੈਦਾ ਕਰਦਾ ਹੈ। ਇਸ ਪਿੱਛੇ ਆਪਣੇ ਧਰਮ ਅਤੇ ਕੌਮ ਲਈ ਜਾਨਾਂ ਵਾਰ ਦੇਣ ਦਾ ਪਵਿੱਤਰ ਜਜ਼ਬਾ ਸਭ ਤੋਂ ਵੱਡੀ ਸ਼ਕਤੀ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਸ਼ਾਇਦ ਇਹ ਜਜ਼ਬਾ ਭਾਰਤ ਦੀ ਕਿਸੇ ਹੋਰ ਕੌਮ ਦੇ ਹਿੱਸੇ ਨਹੀਂ ਆਇਆ। ਪ੍ਰੋਫੈਸਰ ਪੌਲ ਬਰਾਸ ਦਾ ਆਖਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਆਧੁਨਿਕ ਸਿੱਖ ਪਹਿਚਾਣ ਲਈ ਅਜਿਹੇ ਨਿਸ਼ਾਨ ਪੈਦਾ ਕੀਤੇ ਅਤੇ ਮਜ਼ਬੂਤ ਕਰ ਦਿੱਤੇ, ਜਿਸ ਨੇ ਮੁਗਲਿਆ ਸਲਤਨਤ ਦੇ ਨਾਲ-ਨਾਲ ਅੰਗਰੇਜ਼ਾਂ ਨੂੰ ਵੀ ਲਗਭਗ ਹਾਰ ਦੇ ਕੰਢੇ ਤੇ ਲੈ ਜਾਂਦਾ ਸੀ। ਸਿੱਖ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਸਿੱਖ ਕੌਮ ਦੀ ਉਸਾਰੀ ਵਿੱਚ ਸਿੱਖ ਇਤਿਹਾਸ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਆਖਿਆ ਹੈ, ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਹੁਤ ਥੋੜ੍ਹ ਚਿਰੀਆਂ ਸਨ, ਪਰ ਉਹਨਾਂ ਨੇ ਲੋਕਾਂ ਦੇ ਮਨਾਂ ਵਿੱਚ ਅਜਿਹਾ ਇਨਕਲਾਬੀ ਜਜ਼ਬਾ ਭਰ ਦਿੱਤਾ ਜਿਸ ਦਾ ਇਤਿਹਾਸ ਨੇ ਬਹੁਤ ਘੱਟ ਨੋਟਿਸ ਲਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸਫਲਤਾ ਨੇ ਲੋਕਾਂ ਦੇ ਮਨਾਂ ਵਿੱਚ ਗੁਲਾਮੀ ਦੇ ਖਿਲਾਫ ਲੰਬੀ ਲੜਾਈ ਲੜਨ ਦੀ ਮਜ਼ਬੂਤ ਰੀਝ ਅਤੇ ਆਪਣੇ ਕੌਮੀ ਕਾਜ ਦੀ ਪ੍ਰਾਪਤੀ ਲਈ ਸ਼ਹੀਦ ਹੋ ਜਾਣ ਦਾ ਜਜ਼ਬਾ ਭਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਵੱਲੋਂ ਮਜ਼ਬੂਤ ਕੀਤੀ ਗਈ ਭਾਵਨਾ ਆਉਣ ਵਾਲੇ ਕਾਲੇ ਦਿਨਾਂ ਦੌਰਾਨ ਝੱਖੜਾਂ ਨਾਲ ਜੂਝਣ ਦਾ ਵੱਲ ਦਰਸਾ ਗਈ। ਆਪਣੇ ਕੌਮੀ ਘਰ ਸਿੱਖ ਰਾਜ ਦਾ ਜੋ ਜਜ਼ਬਾ ਕਾਫੀ ਦੇਰ ਪਹਿਲਾਂ ਮਰ ਗਿਆ ਸੀ, ਬਾਬਾ ਜੀ ਦੀ ਸਫਲਤਾ ਨਾਲ ਇੱਕ ਵਾਰ ਫਿਰ ਉਛਾਲੇ ਮਾਰਨ ਲੱਗਾ। ਬੇਸ਼ੱਕ ਉਸ ਵੇਲੇ ਉਹ ਜਜ਼ਬਾ ਸਟੇਟ ਨੇ ਜ਼ਬਰ ਦੇ ਝੱਖੜ ਨਾਲ ਤਬਾਹ ਕਰ ਦਿੱਤਾ, ਪਰ ਉਹ ਸਿੱਖਾਂ ਦੀ ਰੂਹ ਵਿੱਚ ਅੱਗ ਵਾਂਗ ਭੜਕਦਾ ਰਿਹਾ ਅਤੇ 40 ਸਾਲਾਂ ਬਾਅਦ ਉਹ ਜਜ਼ਬਾ ਅਜਿਹੀ ਲਾਟ ਵਾਂਗ ਉੱਠਿਆ ਜਿਸ ਨੂੰ ਮੁੜ ਤਬਾਹ ਨਹੀਂ ਸੀ ਕੀਤਾ ਜਾ ਸਕਦਾ। ਇਹ ਸੀ ਸਾਡਾ ਜਿਹੜਾ ਨੈਸ਼ਨਲਿਜ਼ਮ ਬਾਰੇ ਪੇਪਰ ਸੀ। ਇਸ ਵਿੱਚ ਵੱਖ-ਵੱਖ ਕੌਮਾਂ ਦੀ ਉਤਪਤੀ ਅਤੇ ਵਿਕਾਸ ਨੂੰ ਦੁਨੀਆ ਭਰ ਦੇ ਇਤਿਹਾਸਕਾਰਾਂ ਦੀ ਨਜ਼ਰ ਤੋਂ ਦੇਖਿਆ ਗਿਆ ਹੈ। ਇਸ ਸੰਦਰਭ ਵਿੱਚ ਹੀ ਸਿੱਖ ਕੌਮ ਦੇ ਇਤਿਹਾਸਕ ਵਰਤਾਰੇ ਨੂੰ ਤੇ ਉਹਨਾਂ ਦੇ ਵੱਖਰੇਪਣ ਤੇ ਨਿਆਰੇ ਖਾਸੇ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ। ਸੋ ਸਿੱਖ ਕੌਮ ਦੇ ਨਿਆਰੇਪਣ ਅਤੇ ਵੱਖਰੇਪਣ ਦਾ ਜੋ ਇਹ ਇਤਿਹਾਸਕ ਵਰਤਾਰਾ ਹੈ, ਉਸ ਨੂੰ ਇੱਕ ਪੇਪਰ ਨਾਲ ਸਮਝਿਆ ਨਹੀਂ ਜਾ ਸਕਦਾ। ਸੋ ਅਗਲੇ ਦਿਨਾਂ ਦੌਰਾਨ ਅਸੀਂ ਇਸ ਲੜੀ ਦੀਆਂ ਜਿਹੜੇ ਹੋਰ ਪੇਪਰ ਨੇ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੇ, ਤਾਂ ਕਿ ਇੱਕ ਕੌਮੀ ਜਜ਼ਬੇ ਅਤੇ ਕੌਮੀ ਨਿਆਰੇਪਣ ਦੀ ਭਾਵਨਾ ਨੂੰ ਜਿਹੜੇ ਕੌਮਾਂਤਰੀ ਆਈਡੀਓਲੋਜੀਕਲ ਅਤੇ ਅਕੈਡਮਿਕ ਸਟੈਂਡਰਡਸ ਆ ਉਹਨਾਂ ਦੇ ਹਿਸਾਬ ਨਾਲ ਪਰਿਭਾਸ਼ਿਤ ਕਰਨ ਵਿੱਚ ਸਫਲਤਾ ਹਾਸਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।